ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ, ਬਿਨ ਸਹੈ ਪਾਪ ਕਨੇਰੇ। ਪਸੂ ਪਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਬਲਿਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਪੈ ਆਪ ਪ੍ਰਭੂ ਤਿਨ ਲੋਈ, ਜੋਗ ਜੋਗ ਦਾਤਾ ਅਵਰ ਨਾ ਹੋਈ। ਜਪੈ ਆਪ ਪ੍ਰਭੂ ਤਿਨ ਲੋਈ, ਜੋਗ ਜੋਗ ਦਾਤਾ ਅਵਰ ਨਾ ਹੋਈ। ਜਿਉ ਭਾਵੈ ਤਿਉ ਰਾਖਤ ਰਾਖ, ਜਸ ਜਾਚੋ ਦੇਵਨ ਪਦ ਸਾਖ। ਜਾਗਤ ਜਾਗ ਰਹਾ ਤੁਧ ਭਾਵਾ, ਜਾ ਤੂ ਮਿਲਹਿ ਤਾ ਤੁਝੈ ਸਮਾਵਾ। ਜੈ ਜੈਕਾਰ ਜਪੁ ਜਗਦੀਸ਼, ਗੁਰਮਤਿ ਵਿਣੀਐ ਦੀਸ ਅਕੀਸ। ਜੈ ਜੈਕਾਰ ਜਪੁ ਜਗਦੀਸ਼, ਗੁਰਮਤਿ ਵਿਣੀਐ ਦੀਸ ਅਕੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ ਸ਼ਬਦ ਗੁਰੂ ਬਾਣੀ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ,
ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਵਾਹਿਗੁਰੂ ਪਰਮੇਸ਼ਰ ਜੀ ਦੀ ਰਚਨਾ ਹੈ। ਜਿਸ ਵਾਹਿਗੁਰੂ ਜੀ ਦੀ ਰਚਨਾ ਦੇ ਨਾਲ ਇਹ ਸਾਰਾ ਸੰਸਾਰ ਦਾ ਜੋ ਸਮਾਂ ਹੈ, ਜੋ ਵੀ ਵਾਤਾਵਰਨ ਹੈ, ਪ੍ਰਭੂ ਦੇ ਹੁਕਮ ਦੇ ਨਾਲ ਹੀ ਬਣਿਆ ਹੈ। ਮਹਾਰਾਜ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ 'ਚ ਹੀ ਫਰਮਾਉਂਦੇ ਹਨ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਰਾਤ ਵੀ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਨਾਲ ਹੀ ਬਣੀ ਹੈ, ਦਿਨ ਵੀ ਉਹਦੇ ਹੁਕਮ ਦੇ ਨਾਲ ਹੀ ਬਣਿਆ ਹੈ। ਕਿਉਂਕਿ ਸਾਰੀ ਰਚਨਾ, ਸਾਰੀ ਸ੍ਰਿਸ਼ਟੀ ਇਹ ਪ੍ਰਭੂ ਦੇ ਹੁਕਮ ਦੇ ਨਾਲ ਹੀ ਰਚੀ ਗਈ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਇਸ ਕਰਕੇ ਇਹ ਸੂਰਜ ਚੰਦ ਦੀ ਰਚਨਾ ਵੀ ਪਰਿਪੂਰਨ ਪਰਮਾਤਮ ਦੇਵ ਨੇ ਕੀਤੀ ਹੈ। ਫਿਰ ਇੱਕ ਸੂਰਜ ਇੱਕ ਚੰਦ ਹੀ ਨਹੀਂ ਹੈ, ਇੱਕ ਬ੍ਰਹਿਮੰਡ ਹੀ ਨਹੀਂ ਹੈ, ਇੱਕ ਧਰਤੀ ਇੱਕ ਆਕਾਸ਼ ਹੀ ਨਹੀਂ ਹੈ। ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਕਰੋੜਾਂ ਇਹ ਬ੍ਰਹਿਮੰਡਾਂ ਨੂੰ ਉਸ ਪਰਮੇਸ਼ਰ ਨੇ ਸਿਰਜਿਆ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ। ਤਾਂ ਉਸਨੇ ਸੂਰਜ ਪੈਦਾ ਕੀਤਾ ਹੈ। ਸੂਰਜ ਦੇ ਲਿਹਾਜ਼ ਦੇ ਨਾਲ ਇਹ ਰੁੱਤਾਂ, ਉਹਨੇ ਚੰਦਰਮਾ ਪੈਦਾ ਕੀਤਾ ਹੈ। ਚੰਦਰਮਾ ਦੇ ਲਿਹਾਜ਼ ਦੇ ਨਾਲ ਇਹ ਸਮਾਂ, ਸੂਰਜ ਤੇ ਚੰਦ ਦੇ ਨਾਲ ਇਹ ਸਾਰੀ ਸੰਸਾਰ ਦੀ ਜਿਹੜੀ ਹੈ ਇਹ ਰਚਨਾ, ਇਹ ਸਮਾਂ ਬਣਦਾ ਹੈ। ਜਿਵੇਂ ਮਹਾਰਾਜ ਫਰਮਾਉਂਦੇ ਹਨ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇੱਕ ਸੂਰਜ ਦੇ ਲਿਹਾਜ਼ ਦੇ ਨਾਲ ਹੀ ਇਹ ਅਨੇਕ ਪ੍ਰਕਾਰ ਦੀਆਂ ਰੁੱਤਾਂ ਪ੍ਰਭੂ ਜੀ ਨੇ ਬਣਾਈਆਂ ਹੋਈਆਂ। ਦਿਨ ਹੈ, ਰਾਤ ਹੈ, ਰਾਤੀ ਰੁੱਤੀ ਥਿੱਤੀ, ਫਿਰ 15 ਥਿੱਤਾਂ ਹਨ। ਚਾਨਣਾ ਪੱਖ ਹੈ ਤੇ ਹਨੇਰਾ ਪੱਖ ਹੈ, ਜਿਸ ਨੂੰ ਵਧੀ ਤੇ ਸੁਧੀ ਆਖਿਆ। ਤੋ ਅੱਜ ਪੂਰਨਮਾਸ਼ੀ ਦਾ ਦਿਨ ਹੈ ਤੇ ਹਰ ਪੂਰਨਮਾਸ਼ੀ ਨੂੰ ਇੱਥੇ ਗੁਰੂ ਕੇ ਦਰਬਾਰ ਦੇ ਅਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਔਰ ਅੰਮ੍ਰਿਤਾ ਵਿਲਾਖੀ ਗੁਰੂ ਕਾ ਅੰਮ੍ਰਿਤ ਛਕ ਕੇ, ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਗੁਰੂ ਕੇ ਚਰਨਾਂ ਦੇ ਨਾਲ ਜੁੜਦੇ ਹਨ। ਹੋਰ ਵੀ ਅਸਥਾਨਾਂ ਦੇ ਉੱਤੇ ਜਿਵੇਂ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਬੌਲੀ ਸਾਹਿਬ ਜੀ ਵਿਖੇ, ਉੱਥੇ ਵੀ ਪੂਰਨਮਾਸ਼ੀ ਤੇ ਵੱਡਾ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਪੁੰਨਿਆ ਵਾਲੇ ਦਿਨ ਵੀ ਸੰਗਤਾਂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਦੀਆਂ ਹਨ। ਦਿਨ ਤਾਂ ਜਿਵੇਂ ਬਾਕੀ ਹਨ ਉਸੇ ਤਰ੍ਹਾਂ ਇਹ ਹਨ ਸਾਧ ਸੰਗਤ ਜੀ, ਦਿਨਾਂ ਵਿੱਚ ਤਾਂ ਕੋਈ ਫਰਕ ਨਹੀਂ ਹੈ। ਪਰ ਇਹ ਜੋ ਦਿਨ ਹਨ, ਪਿਛਲੇ ਸਮੇਂ ਦੇ ਵਿੱਚ ਸਨਾਤਨ ਮਤ ਵਿੱਚ ਆਪਣੇ ਤਰੀਕੇ ਦੇ ਨਾਲ ਇਹਨਾਂ ਦਿਨਾਂ ਵਿੱਚ ਲੋਕ ਕੋਈ ਧਰਮ ਦੇ ਕਰਮ ਕਰਦੇ ਹੁੰਦੇ ਸਨ। ਕਿਸੇ ਨੇ ਮੱਸਿਆ ਵਾਲੇ ਦਿਨ, ਕਿਸੇ ਨੇ ਪੁੰਨਿਆ ਵਾਲੇ ਦਿਨ, ਕਿਸੇ ਨੇ ਸੰਗਰਾਂਦ ਵਾਲੇ ਦਿਨ। ਪਰ ਗੁਰੂ ਸਾਹਿਬ ਜੀ ਨੇ ਇਹਨਾਂ ਸਾਰੇ ਦਿਨਾਂ ਨੂੰ ਆਖਿਆ, ਭਾਈ ਤੁਸੀਂ ਗੁਰੂ ਕੀ ਬਾਣੀ ਪੜ੍ਹਨੀ ਸੁਣਨੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਹੈ, ਗੁਰੂ ਕੀ ਬਾਣੀ ਦੀ ਵਿਚਾਰ ਕਰਨੀ ਹੈ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਮਹਾਰਾਜ ਸਾਹਿਬ ਜੀ ਨੇ ਇਹਨਾਂ ਦਿਨਾਂ ਤੇ ਵੀ ਕੀਤਾ। ਇਸ ਕਰਕੇ ਜਿਵੇਂ ਮੱਸਿਆ ਦੇ ਦਿਹਾੜੇ ਤੇ ਸੰਗਤਾਂ ਕਿੱਡੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸਤਿਗੁਰਾਂ ਦੇ ਪਾਵਨ ਸਰੋਵਰ ਦੇ ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਨਮਸਕਾਰਾਂ ਕਰਦੀਆਂ ਹਨ। ਇਸੇ ਤਰ੍ਹਾਂ ਪੁੰਨਿਆ ਤੇ ਸ੍ਰੀ ਗੋਇੰਦਵਾਲ ਸਾਹਿਬ, ਉੱਥੇ ਵੱਡੀ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ।
ਤਾਂ ਮੱਸਿਆ ਤੇ ਸ੍ਰੀ ਤਰਨਤਾਰਨ ਸਾਹਿਬ ਵੀ 14 ਵਾਲੇ ਦਿਨ ਵੀ ਮੱਸਿਆ ਵਾਲੇ ਦਿਨ ਵੀ ਇਹ ਗੁਰੂ ਕਾਲ ਤੋਂ ਲੈ ਕਰਕੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਦਿਨਾਂ ਤੇ ਗੁਰੂ ਸ਼ਬਦ ਦੇ ਨਾਲ ਹੀ ਸੰਗਤ ਨੂੰ ਜੋੜਿਆ ਹੈ। ਕਿਉਂਕਿ ਸਾਰੇ ਹੀ ਸਮੇਂ ਜਿਹੜੇ ਹਨ ਉਹ ਸਾਧ ਸੰਗਤ ਜੀ ਨਾਮ ਨਾਲ ਜੁੜ ਕੇ ਸ਼ਬਦ ਨਾਲ ਜੁੜ ਕੇ ਹੀ ਸਫਲੇ ਹੋਣੇ ਹਨ। ਤਾਂ ਮਹਾਰਾਜ ਸਾਹਿਬ ਜੀ ਨੇ ਜੋ ਇਹ ਪਾਵਨ ਸਰੋਵਰ ਸਾਹਿਬਾਂ ਦੀ ਵੀ ਰਚਨਾ ਕੀਤੀ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 5 ਸਰੋਵਰ ਸਾਹਿਬ ਮਹਾਰਾਜ ਨੇ ਰਚੇ। ਸ੍ਰੀ ਸੰਤੋਖ ਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਸੋਭਨੀਕ ਹਨ, ਸ੍ਰੀ ਰਾਮਸਰ ਸਾਹਿਬ, ਸ੍ਰੀ ਵਿਵੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ। ਤੇ ਸਮੇਂ-ਸਮੇਂ ਦੇ ਨਾਲ ਸੰਗਤਾਂ ਉਹਨਾਂ ਸਰੋਵਰ ਸਾਹਿਬਾਂ ਦੇ ਇਸ਼ਨਾਨ ਵੀ ਕਰਦੀਆਂ, ਫਿਰ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੀ ਹਾਜ਼ਰੀ ਵੀ ਭਰਦੀਆਂ। ਇਸੇ ਤਰ੍ਹਾਂ ਸ੍ਰੀ ਤਰਨਤਾਰਨ ਸਾਹਿਬ ਵਾਲਾ ਕਿੱਡਾ ਵੱਡਾ ਸਰੋਵਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਰਚਿਆ ਹੈ। ਉਹ ਸੰਗਤ ਦੇ ਇਸ਼ਨਾਨ ਕਰਕੇ ਤੇ ਦਰਬਾਰ ਵਿੱਚ ਹਾਜ਼ਰੀ ਭਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਰਚਨਾ ਕੀਤੀ ਹੈ ਕਿ ਨਾਲ ਹੀ ਸੰਗਤਾਂ ਭਾਵਨਾ ਨਾਲ ਸਰੋਵਰ ਸਾਹਿਬ ਦਾ ਇਸ਼ਨਾਨ ਕਰਨ ਤੇ ਇਸ਼ਨਾਨ ਤੋਂ ਬਾਅਦ ਫਿਰ ਨਾਮ ਜਪਣ, ਬਾਣੀ ਪੜ੍ਹਨ, ਗੁਰਬਾਣੀ ਕਥਾ ਕੀਰਤਨ ਸਰਵਣ ਕਰਨ, ਗੁਰੂ ਕੇ ਚਰਨਾਂ ਦੇ ਨਾਲ ਜੁੜਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਇਸੇ ਤਰ੍ਹਾਂ ਸੰਗਰਾਂਦ ਵਾਲੇ ਦਿਹਾੜੇ ਤੇ ਵੀ ਸੰਗਤਾਂ ਹਾਜ਼ਰੀ ਭਰ ਕੇ ਆਇਆ ਹੋਇਆ ਮਹੀਨੇ ਦਾ ਜੋ ਉਪਦੇਸ਼ ਹੈ ਉਸ ਨੂੰ ਪੜ੍ਹ ਸੁਣ ਕੇ ਉਹਦੀ ਵਿਚਾਰ ਸਰਵਣ ਕਰਕੇ ਗੁਰੂ ਦੀਆਂ ਸੰਗਤਾਂ ਲਾਭ ਪ੍ਰਾਪਤ ਕਰਦੀਆਂ ਹਨ। ਤਾਂ ਇਹ ਜਿੰਨਾ ਵੀ ਸਮਾਂ ਹੈ ਇਹ ਸਾਧ ਸੰਗਤ ਜੀ ਸਾਰੀ ਰਚਨਾ ਤਾਂ ਵਾਹਿਗੁਰੂ ਪਰਮੇਸ਼ਰ ਦੀ ਹੈ। ਉਹਦੇ ਹੁਕਮ ਦੇ ਨਾਲ ਹੀ 15 ਥਿਤੀ ਤੈ 7 ਵਾਰ, ਮਾਹਾ ਰੁੱਤੀ ਆਵਹਿ ਵਾਰ ਵਾਰ। ਇਹ 15 ਥਿੱਤਾਂ ਵੀ ਵਾਰ-ਵਾਰ ਆਉਂਦੀਆਂ ਹਨ। ਹਫ਼ਤੇ ਦੇ 7 ਵਾਰ ਵੀ ਵਾਰ-ਵਾਰ ਆਉਂਦੇ ਹਨ। ਮਹੀਨੇ ਵੀ ਵਾਰ-ਵਾਰ ਆਉਂਦੇ ਆ। ਕੋਈ ਸਾਰਾ ਹੀ ਸਮਾਂ ਜਿਹੜਾ ਹੈ ਉਹ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ਼ ਸਾਹਿਬ ਜੀ ਨੇ ਫਰਮਾਇਆ ਹੈ ਕਿ ਪਰਮੇਸ਼ਰ ਦੇ ਹੁਕਮ ਦੇ ਨਾਲ ਇਹ ਸਮਾਂ ਜਿਹੜਾ ਹੈ ਵਾਰ-ਵਾਰ ਆਉਂਦਾ ਹੈ। ਕਿਉਂਕਿ ਉਹੀ ਹਫ਼ਤੇ ਦੇ 7 ਦਿਨ ਫਿਰ ਵਾਰ-ਵਾਰ ਆਉਂਦੇ ਹਨ, ਮਹੀਨੇ ਵੀ ਵਾਰ-ਵਾਰ। ਸੋ ਸਾਲ ਬਦਲਦਾ ਹੈ, ਮਹੀਨੇ ਬਦਲਦੇ ਹਨ, ਸਦੀਆਂ, ਯੁੱਗ, ਰੁੱਤਾਂ ਤੇ ਉਹੀ ਬਦਲ ਕੇ, ਗਰਮੀ ਹੈ ਫਿਰ ਸਰਦੀ ਹੈ, ਫਿਰ ਗਰਮੀ ਹੈ ਫਿਰ ਸਰਦੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸਮਾਂ ਤੇ ਉਹੀ ਸਫਲਾ ਹੈ ਜਿਹੜਾ ਵਾਹਿਗੁਰੂ ਜੀ ਦੀ ਯਾਦ ਵਿੱਚ ਬਤੀਤ ਹੋਵੇ, ਗੁਰੂ ਸ਼ਬਦ ਦੇ ਨਾਲ ਜੁੜ ਕਰਕੇ ਬਤੀਤ ਹੋਵੇ। ਤਾਂ ਸਾਰੇ ਹੀ ਸਮਾਂ ਸਫਲਾ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਉਪਦੇਸ਼ ਦਿੱਤਾ ਹੈ। 15 ਥਿੱਤਾਂ ਦੇ ਰਾਹੀਂ ਵੀ ਉਪਦੇਸ਼ ਦਿੱਤਾ ਹੈ। 6 ਰੁੱਤਾਂ ਦੇ ਰਾਹੀਂ ਵੀ ਰੁੱਤੀ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ, ਜਿਸ ਦਾ ਸਿਰਲੇਖ ਹੀ ਰੁੱਤੀ ਹੈ। ਇਸੇ ਤਰ੍ਹਾਂ 15 ਥਿੱਤਾਂ ਦਾ ਜ਼ਿਕਰ ਕਰਦਿਆਂ ਮਹਾਰਾਜ ਸਾਹਿਬ ਜੀ ਨੇ ਉਹਦੇ ਵਿੱਚ ਮੱਸਿਆ ਪੂਰਨਮਾਸ਼ੀ ਦਾ ਵੀ ਜ਼ਿਕਰ ਕੀਤਾ ਤੇ ਉਪਦੇਸ਼ ਬਖਸ਼ਿਆ ਹੈ। ਤੋ ਗਰੀਬ ਨਵਾਜ਼ ਨੇ ਸਭ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਕਰਤਾ ਪੁਰਖ ਨਾਲ ਜੋੜਨ ਦਾ ਹੀ ਉਪਦੇਸ਼ ਹਰੇਕ ਸਮੇਂ ਵਿੱਚ ਦਿੱਤਾ। 7 ਵਾਰ ਬਾਣੀ ਉਚਾਰਨ ਕਰਕੇ 7 ਵਾਰਾਂ ਦੇ ਰਾਹੀਂ ਵੀ ਉਪਦੇਸ਼ ਦੇ ਕੇ ਕਰਤਾ ਪੁਰਖ ਨਾਲ ਹੀ ਜੋੜਿਆ। 12 ਮਹੀਨਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਇਸੇ ਤਰ੍ਹਾਂ ਉਚਾਰਨ ਕਰਦਿਆਂ ਹੋਇਆਂ 12 ਮਾਹ ਬਾਣੀ ਦੇ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਦਾ ਹੀ ਉਪਦੇਸ਼ ਬਖਸ਼ਿਆ। ਉਹ ਇਸ ਤਰ੍ਹਾਂ ਦਿਨ ਰੈਣ ਬਾਣੀ ਵੀ ਉਚਾਰਨ ਕੀਤੀ ਹੈ, ਜਿਹਦੇ ਵਿੱਚ ਦਿਨ ਦਾ ਤੇ ਰਾਤ ਦਾ ਜ਼ਿਕਰ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਆ। ਫਿਰ 8 ਪਹਿਰ ਹਨ, 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ। ਤਾਂ ਪਹਿਰਿਆਂ ਦੇ ਦੁਆਰਾ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ। ਕੋਈ ਪੱਖ ਛੱਡਿਆ ਹੀ ਨਹੀਂ ਹੈ ਮਹਾਰਾਜ ਸਾਹਿਬ ਜੀ ਨੇ। ਤੋ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਭਾਈ ਇਹ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਧਰਤੀ ਵੀ ਇੱਕ ਧਰਮਸ਼ਾਲਾ ਹੀ ਹੈ, ਇਹ ਧਰਮ ਕਮਾਉਣ ਵਾਸਤੇ ਪ੍ਰਾਪਤ ਹੋਈ ਹੈ। ਉਹ ਵਾਹਿਗੁਰੂ ਜੀ ਦੀ ਸਾਰੀ ਰਚਨਾ ਹੈ, ਸਾਰੀ ਸ੍ਰਿਸ਼ਟੀ। ਰਾਤੀ, ਰੁੱਤੀ, ਥਿੱਤੀ, ਵਾਰ, ਰਾਤਾਂ ਵੀ ਉਹਨੇ ਬਣਾਈਆਂ, ਦਿਨ ਵੀ, ਰੁੱਤਾਂ ਵੀ 6 ਉਸੇ ਪ੍ਰਭੂ ਨੇ ਬਣਾਈਆਂ ਹਨ। ਫਿਰ ਥਿੱਤਾਂ ਵੀ 15, ਹਫ਼ਤੇ ਦੇ 7 ਵਾਰ ਵੀ, ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਇਹ ਸਾਰਾ ਕੁਝ ਬਣਾ ਕੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ। ਇਹਨਾਂ ਵਿੱਚ ਇਹ ਧਰਤੀ ਜਿਹੜੀ ਥਾਪ ਕਰਕੇ ਸਥਿਤ ਕੀਤੀ ਹੈ, ਇੱਕ ਧਰਮਸ਼ਾਲਾ ਬਣਾਈ ਹੋਈ ਹੈ ਧਰਮ ਕਮਾਉਣ ਵਾਸਤੇ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ
ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਹਨ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਦੱਖਣੀ ਓਅੰਕਾਰ ਬਾਣੀ ਦੇ ਰਾਹੀਂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਇਹ 933 ਅੰਗ ਤੇ 25ਵੀਂ ਪੌੜੀ ਦੁਆਰਾ ਅੱਜ ਦਾ ਉਪਦੇਸ਼ ਜਗਤ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਪੈ ਆਪ ਪ੍ਰਭੂ ਤਿਨੁ ਹੋਈ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਆਪ ਹੀ ਤਿੰਨਾਂ ਲੋਕਾਂ ਨੂੰ ਰਚਣ ਵਾਲਾ ਹੈ ਤੇ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ। ਤਿੰਨੇ ਲੋਕ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਪੈਦਾ ਕੀਤੇ ਹਨ ਤੇ ਤਿੰਨਾਂ ਲੋਕਾਂ ਦੇ ਵਿੱਚ ਆਪ ਹੀ ਉਹ ਪ੍ਰਭੂ ਵਿਆਪਕ ਹੋ ਰਿਹਾ। ਤੇ ਜਿਸ ਵੇਲੇ ਉਸ ਨੂੰ ਜਪੀਏ ਤਾਂ ਉਸ ਨੂੰ ਜਪਣ ਦੇ ਨਾਲ ਹੀ ਉਸ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ। ਫਿਰ ਉਹ ਜਾਪਦਾ ਹੈ, ਫਿਰ ਉਹ ਜਾਣਿਆ ਜਾਂਦਾ ਹੈ। ਜਾਪੇ ਤੋਂ ਭਾਵ ਫਿਰ ਉਹ ਪ੍ਰਗਟ ਹੁੰਦਾ ਹੈ। ਉਸੇ ਨੂੰ ਪ੍ਰਗਟ ਰੂਪ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਉਸ ਨੂੰ ਜਪਦਾ ਹੈ। ਤਾਂ ਉਹ ਸਾਰੇ ਥਾਵਾਂ ਦੇ ਉੱਤੇ ਵਿਆਪਕ। ਜਾਪੈ ਆਪ, ਜਦੋਂ ਉਸ ਪਰਮੇਸ਼ਰ ਨੂੰ ਇਹ ਜੀਵ ਜਪਦਾ ਹੈ ਨਾ, ਫਿਰ ਜਾਪੈ ਆਪ, ਫਿਰ ਆਪਣਾ ਆਪ ਪਰਮੇਸ਼ਰ ਜਾਪੈ ਜਣਾਉਂਦਾ ਹੈ, ਪ੍ਰਗਟ ਕਰਦਾ ਹੈ। ਉਸ ਜੀਵ ਦੇ ਤਾਈ ਫਿਰ ਪ੍ਰਾਪਤੀ ਹੁੰਦੀ ਹੈ ਪ੍ਰਭੂ ਤੇ ਹੋ ਲੋਏ। ਉਹ ਪ੍ਰਭੂ ਪਰਮੇਸ਼ਰ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ। ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਲੋਕ ਦਾ ਵੀ ਜ਼ਿਕਰ ਕੀਤਾ, ਦੋਹਾਂ ਲੋਕਾਂ ਦਾ ਵੀ ਜ਼ਿਕਰ ਕੀਤਾ, ਤਿੰਨਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਤੇ ਫਿਰ ਲੱਖਾਂ ਹੀ ਲੋਕਾਂ ਦਾ ਵੀ ਜ਼ਿਕਰ ਕੀਤਾ, ਕਰੋੜਾਂ ਲੋਕਾਂ ਦਾ ਵੀ ਜ਼ਿਕਰ ਕੀਤਾ। ਫਿਰ ਕਿਤੇ ਮਹਾਰਾਜ ਨੇ ਕਹਿ ਦਿੱਤਾ ਵੀ ਅਸੰਖ, ਸੰਖਿਆ ਹੋ ਹੀ ਨਹੀਂ ਸਕਦੀ, ਗਿਣਤੀ ਹੋ ਹੀ ਨਹੀਂ ਸਕਦੀ। ਮਹਾਰਾਜ ਸਾਹਿਬ ਜੀ ਅੰਮ੍ਰਿਤ ਬਾਣੀ ਅੰਦਰ ਇੱਕ ਲੋਕ ਦਾ ਜ਼ਿਕਰ ਕਰਦਿਆਂ ਵੀ ਉਪਦੇਸ਼ ਦਿੰਦੇ ਕਿ ਜਿਸ ਲੋਕ ਦੇ ਵਿੱਚ ਅਸੀਂ ਪੈਦਾ ਹੋਏ ਹਾਂ, ਇਹ ਮਾਤ ਲੋਕ। ਇਸ ਨੂੰ ਅੰਮ੍ਰਿਤ ਮੰਡਲ ਵੀ ਅੰਮ੍ਰਿਤ ਬਾਣੀ ਚ ਆਖਿਆ, ਗਰੀਬ ਨਵਾਜ ਮਾਤ ਲੋਕ ਵੀ ਆਖਿਆ, ਕਿਉਂਕਿ ਮਾਤਾ ਪਿਤਾ ਦੇ ਸੰਬੰਧ ਦੁਆਰਾ ਇੱਥੇ ਜਨਮ ਹੁੰਦਾ ਹੈ ਜੀਵ ਦਾ। ਇੱਥੇ ਇਸ ਨੂੰ ਮਾਤਾ ਪ੍ਰਾਪਤ ਹੋਈ ਹੈ, ਪਿਤਾ ਪ੍ਰਾਪਤ ਹੋਇਆ, ਤਾਂ ਇਹ ਮਾਤ ਲੋਕ। ਤਾਂ ਇਸ ਲੋਕ ਦਾ ਵੀ ਜ਼ਿਕਰ ਕਰਕੇ ਉਪਦੇਸ਼ ਬਖਸ਼ਿਆ। ਫਿਰ ਮਹਾਰਾਜ ਨੇ ਦੋ ਲੋਕ ਵੀ ਆਖੇ, ਦੋ ਵੈ ਸੁਹੇਲੇ ਲੋਕ, ਦੋਹਾਂ ਲੋਕਾਂ ਦਾ ਵੀ ਜ਼ਿਕਰ ਕੀਤਾ। ਜਿਵੇਂ ਸੁਖਮਨੀ ਸਾਹਿਬ 'ਚ ਵੀ ਕਹਿੰਦੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਉੱਥੇ ਦੋਹਾਂ ਦਾ ਜ਼ਿਕਰ ਕੀਤਾ। ਫਿਰ ਮਹਾਰਾਜ ਸਾਹਿਬ ਜੀ ਇਸ ਪੰਕਤੀ ਵਿੱਚ ਤਿੰਨਾਂ ਲੋਕਾਂ ਦਾ ਜ਼ਿਕਰ ਕਰ ਰਹੇ। ਪਿਆ ਮਾਤ ਲੋਕ, ਇੱਕ ਪਤਾਲ ਲੋਕ, ਹੇਠਲਾ ਲੋਕ, ਇੱਕ ਉੱਪਰਲਾ ਆਕਾਸ਼ ਲੋਕ। ਇਹ ਤਿੰਨ ਲੋਕ ਵੀ ਉਸੇ ਨੇ ਪੈਦਾ ਕੀਤੇ। ਇਹਦਾ ਭਾਵ ਕੀ ਹੋਇਆ ਕਿ ਜਿੰਨੀ ਵੀ ਰਚਨਾ ਹੈ ਉਹ ਸਾਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਹੀ ਪੈਦਾ ਕੀਤੀ ਹੈ, ਤੇ ਜਿੰਨੀ ਰਚਨਾ ਉਹਨੇ ਪੈਦਾ ਕੀਤੀ ਸਾਰੀ ਰਚਨਾ ਵਿੱਚ ਉਹ ਆਪ ਵਿਆਪਕ ਹੈ, ਸਾਰੀ ਰਚਨਾ ਵਿੱਚ ਉਹ ਆਪ ਬੈਠਾ ਹੋਇਆ। ਇਸ ਕਰਕੇ ਇਹ ਸ਼ਬਦ ਇੱਕ ਦੂਸਰੇ ਦੇ ਵਿਰੋਧੀ ਨਹੀਂ ਹਨ। ਕਿਤੇ ਮਹਾਰਾਜ ਸਾਹਿਬ ਜੀ ਨੇ ਇੱਕ ਲੋਕ ਦੇ ਰਾਹੀਂ ਉਪਦੇਸ਼ ਬਖਸ਼ਿਆ ਜ਼ਿਕਰ ਕਰਦਿਆਂ, ਕਿਤੇ ਦੋਹਾਂ ਲੋਕਾਂ ਦਾ ਜ਼ਿਕਰ ਕੀਤਾ, ਕਿਤੇ ਤਿੰਨਾਂ ਲੋਕਾਂ ਦਾ ਜ਼ਿਕਰ ਕੀਤਾ, ਤੇ ਕਿਤੇ ਮਹਾਰਾਜ ਨੇ ਕਹਿ ਦਿੱਤਾ ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਇਹ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਕਾਸ਼। ਜਦੋਂ ਤਿੰਨਾਂ ਦਾ ਵੀ ਜ਼ਿਕਰ ਕਰਦੇ ਆ ਉਸ ਵੇਲੇ ਵੀ ਇਹ ਅਨੇਕਤਾ ਹੀ, ਵੀ ਅਨੇਕ ਪ੍ਰਕਾਰ ਦੀ ਜਿਹੜੀ ਵਾਹਿਗੁਰੂ ਜੀ ਦੀ ਰਚਨਾ ਹੈ, ਜਿੰਨੀ ਵੀ ਰਚਨਾ ਉਹਨੇ ਕੀਤੀ ਉਹ ਸਾਰੀ ਦੇ ਵਿੱਚ ਆਪ ਬੈਠਾ ਹੋਇਆ। ਕਿਤੇ ਫਿਰ ਅਸੰਖ ਵੀ ਕਹਿੰਦੇ ਹਨ, ਕਰੋੜਾਂ ਵੀ ਕਹਿੰਦੇ ਹਨ। ਉਸਤਤ ਕਰ ਹੈ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਬਹੁਤ ਵਿਧੀਆਂ ਦੀ ਵੀ ਕਹਿੰਦੇ। ਉੱਥੇ ਕਈ ਕੋਟ ਅੱਖਰ ਵੀ ਵਰਤਦੇ ਮਹਾਰਾਜ ਸਾਹਿਬ।
ਤਾਂ ਗਰੀਬ ਨਵਾਜ ਕਹਿੰਦੇ ਵੀ ਜੋ ਪ੍ਰਭੂ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ, ਜਦੋਂ ਉਸ ਨੂੰ ਜਪਦਾ ਹੈ ਜੀਵ, ਤੇ ਫਿਰ ਉਹ ਪਰਮੇਸ਼ਰ ਆਪਣਾ ਆਪ ਉਸ ਜੀਵ ਨੂੰ ਪ੍ਰਗਟ ਕਰਕੇ ਉਸ ਜੀਵ ਦੇ ਤਾਈਂ ਆਪਣਾ ਦਰਸ਼ਨ ਬਖਸ਼ਦੇ ਹਨ। ਜਪਣ ਵਾਲਿਆਂ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਹ ਸਾਰੇ ਹੀ ਵਿਆਪਕ, ਪਰ ਪ੍ਰਾਪਤੀ ਉਸ ਨੂੰ ਹੈ ਜਿਹੜਾ ਜਪਦਾ, ਉਹ ਉਸ ਨੂੰ ਫਿਰ ਜਾਣਦਾ। ਜਾਪੈ ਆਪ ਪ੍ਰਭੂ ਤੇ ਹੋਏ, ਪ੍ਰਭੂ ਆਪ ਹੀ ਜਾਪੈ ਜਾਣਿਆ ਜਾਂਦਾ ਹੈ ਤਿੰਨਾਂ ਲੋਕਾਂ ਦੇ ਵਿੱਚ। ਤਿੰਨਾਂ ਲੋਕਾਂ ਨੂੰ ਉਹ ਲੋਏ ਪ੍ਰਕਾਸ਼ਣ ਵਾਲਾ ਹੈ, ਤਿੰਨਾਂ ਲੋਕਾਂ ਵਿੱਚ ਆਪ ਵਿਆਪਕ ਹੈ, ਤੇ ਫਿਰ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਜੀ ਜਾਣੇ ਜਾਂਦੇ ਹਨ ਜਦੋਂ ਉਹਨਾਂ ਨੂੰ ਜਪਿਆ ਜਾਂਦਾ। ਜਿਵੇਂ ਸਾਰੀ ਬਨਸਪਤੀ ਦੇ ਵਿੱਚ ਅੱਗ ਵਿਆਪਕ ਹੈ, ਜਿਵੇਂ ਸਾਰੇ ਦੁੱਧ ਦੇ ਵਿੱਚ ਘਿਓ ਵਿਆਪਕ ਹੈ, ਪਰ ਪ੍ਰਾਪਤ ਨਹੀਂ ਹੈ, ਹੈ ਵਿੱਚ ਪਰ ਪ੍ਰਾਪਤ ਨਹੀਂ ਹੈ। ਪ੍ਰਾਪਤ ਕਦੋਂ ਹੋਵੇਗਾ? ਜਿਸ ਵੇਲੇ ਉਹ ਯਤਨ ਦੇ ਨਾਲ ਉਸ ਨੂੰ ਵਿੱਚੋਂ ਪ੍ਰਾਪਤ ਕੀਤਾ ਜਾਵੇਗਾ, ਯਤਨ ਕਰਨਾ ਪਵੇਗਾ। ਮਹਾਰਾਜ ਸਾਹਿਬ ਕਹਿੰਦੇ ਸਗਲ ਬਨਸਪਤ ਮਹਿ ਬੈ ਸੰਤਰ, ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਵਿਆਪਕ ਹੈ, ਪਰ ਉਸ ਅੱਗ ਨੂੰ ਲੱਕੜ ਦੇ ਵਿੱਚੋਂ ਪ੍ਰਗਟ ਕਰਨ ਵਾਸਤੇ ਪਹਿਲਾਂ ਬਾਹਰੋਂ ਅੱਗ ਲਾਉਣੀ ਪੈਂਦੀ ਹੈ। ਲੱਕੜ ਸੁੱਕੀ ਹੋਈ ਹੈ, ਉਹਨੂੰ ਚੁੱਲ੍ਹੇ ਵਿੱਚ ਅੱਗ ਉਹਨੂੰ ਰੱਖ ਕਰਕੇ ਪਹਿਲਾਂ ਬਾਹਰੋਂ ਅੱਗ ਬਾਲੀ ਜਾਂਦੀ, ਜਿਸ ਵੇਲੇ ਉਹਨੂੰ ਲੱਗ ਜਾਵੇ ਫਿਰ ਉਹਦੀ ਵਿਚਲੀ ਅੱਗ ਨਿਕਲਦੀ ਹੈ, ਫਿਰ ਪ੍ਰਗਟ ਹੁੰਦੀ ਹੈ। ਸਗਲ ਦੂਧ ਮਹਿ ਘੀਆ, ਇਸੇ ਤਰ੍ਹਾਂ ਹੀ ਸਾਰੇ ਦੁੱਧ ਦੇ ਵਿੱਚ ਘਿਓ ਤਾਂ ਵਿਆਪਕ ਹੈ, ਕਿ ਇੱਕ ਬੂੰਦ ਦੇ ਵਿੱਚ ਵਿਆਪਕ ਹੈ, ਪਰ ਉਸ ਘਿਓ ਨੂੰ ਪ੍ਰਾਪਤ ਕਰਨ ਵਾਸਤੇ ਬਾਹਰੋਂ ਯਤਨ ਕਰਨਾ ਪੈਂਦਾ ਹੈ। ਬਾਹਰੋਂ ਉਸ ਨੂੰ ਗਰਮ ਕਰਨਾ ਪੈਂਦਾ ਹੈ, ਠੰਡਿਆ ਕਰਨਾ ਪੈਂਦਾ ਹੈ, ਉਹਨੂੰ ਜਾਗ ਲਾਉਣੀ ਪੈਂਦੀ, ਖੱਟਾ ਲਾਉਣਾ ਪੈਂਦਾ, ਕੋਈ ਸਮੇਂ ਵਾਸਤੇ ਟਿਕਾ ਕੇ ਰੱਖਣਾ ਪੈਂਦਾ, ਫਿਰ ਰਿੜਕਣਾ ਪੈਂਦਾ, ਫਿਰ ਮੱਖਣ ਪ੍ਰਾਪਤ ਹੁੰਦਾ, ਫਿਰ ਉਹਨੂੰ ਗਰਮ ਕਰਨਾ ਪੈਂਦਾ, ਫਿਰ ਘਿਓ ਮਿਲਦਾ। ਹੈ ਤਾਂ ਵਿੱਚ ਹੀ ਹੈ ਦੁੱਧ ਦੇ ਘਿਓ, ਪਰ ਪਹਿਲਾਂ ਦਿਸਦਾ ਵੀ ਨਹੀਂ ਹੈ ਤੇ ਪਹਿਲਾਂ ਪ੍ਰਾਪਤ ਵੀ ਨਹੀਂ ਹੁੰਦਾ ਹੈ। ਕਿੰਨੀ ਮਿਹਨਤ ਤੋਂ ਮਗਰੋਂ ਜਾ ਕਰਕੇ ਦੁੱਧ ਦੇ ਵਿੱਚੋਂ ਘਿਓ ਮਿਲਦਾ ਹੈ। ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉੱਚਿਆਂ ਨੀਵਿਆਂ ਵਿੱਚ, ਵੱਡਿਆਂ ਛੋਟਿਆਂ ਵਿੱਚ, ਸਾਰੀ ਰਚਨਾ ਵਿੱਚ ਪ੍ਰਭੂ ਜੀ ਦੀ ਜੋਤ ਤਾਂ ਵਿਆਪਕ ਹੈ, ਪਰ ਉਹਨੂੰ ਪ੍ਰਾਪਤ ਕਰਨ ਵਾਸਤੇ ਜਪਣਾ ਪਵੇਗਾ। ਜਿਹੜਾ ਜਪਦਾ ਹੈ, ਮੰਥਨ ਕਰਦਾ ਹੈ, ਤੇ ਉਸ ਨੂੰ ਫਿਰ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੁਗ ਜੁਗ ਦਾਤਾ ਅਵਰ ਨਾ ਹੋਈ, ਸਾਰੇ ਜੁਗਾਂ ਜੁਗਾਂ ਦੇ ਵਿੱਚ ਦਾਤਾ ਉਹ ਪਰਮੇਸ਼ਰ ਹੀ ਹੈ, ਉਸ ਤੋਂ ਬਿਨਾਂ ਅਵਰ ਨਾ ਕੋਈ, ਹੋਰ ਕੋਈ ਦੂਜਾ ਕੋਈ ਦਾਤਾ ਨਹੀਂ ਹੈ। ਜੁਗ ਜੁਗ ਤੋਂ ਭਾਵ ਹੈ ਸਾਰਿਆਂ ਜੁਗਾਂ ਦੇ ਵਿੱਚ ਜਿੰਨੀ ਵੀ ਸ੍ਰਿਸ਼ਟੀ ਉਸਨੇ ਪੈਦਾ ਕੀਤੀ ਹੈ, ਜਦੋਂ ਤੋਂ ਯੁੱਗ ਪੈਦਾ ਕੀਤੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹ 4 ਯੁੱਗ ਹਨ। 4 ਯੁੱਗ, ਤੇ 4 ਯੁੱਗ ਵਾਰ-ਵਾਰ ਆਉਂਦੇ ਰਹਿੰਦੇ ਆ, ਬਦਲ ਬਦਲ ਕੇ। ਇਹ ਯੁੱਗਾਂ ਦੀ ਚੌਂਕੜੀ ਜਿਹੜੀ ਹੈ, 4 ਯੁੱਗਾਂ ਦੀ ਚੌਂਕੜੀ, ਇਹ ਘੁੰਮਦੀ ਰਹਿੰਦੀ ਹੈ। ਜਿਵੇਂ ਦਿਨ ਰਾਤ, ਹਰੇਕ ਦਿਨ ਦੇ ਪਿੱਛੇ ਰਾਤ ਹੈ, ਰਾਤ ਦੇ ਅੱਗੇ ਫੇਰ ਦਿਨ ਹੈ, ਫੇਰ ਉਹਦੇ ਅੱਗੇ ਰਾਤ ਹੈ। ਸਾਡੇ ਜੀਵਨ ਵਿੱਚ ਕਿੰਨੇ ਦਿਨ ਤੇ ਕਿੰਨੀਆਂ ਰਾਤਾਂ ਗੁਜ਼ਰ ਗਈਆਂ। ਜਿਵੇਂ ਹਫ਼ਤੇ ਦੇ 7 ਵਾਰ ਘੁੰਮ ਘੁੰਮ ਕੇ ਆਈ ਜਾਂਦੇ, ਉਹੀ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਫੇਰ ਹਫ਼ਤਾ ਬੀਤ ਜਾਂਦਾ, ਫੇਰ ਉਹੀ ਵਾਰ ਆ ਜਾਂਦੇ ਘੁੰਮ ਕੇ। ਇਸੇ ਤਰ੍ਹਾਂ ਜਿਵੇਂ ਦਿਨ ਰਾਤ ਘੁੰਮ ਕੇ ਆਉਂਦੇ ਆ, ਜਿਵੇਂ ਹਫ਼ਤੇ ਦੇ 7 ਵਾਰ ਘੁੰਮ ਘੁੰਮ ਕੇ ਆਉਂਦੇ, ਜਿਵੇਂ ਮਹੀਨੇ ਫੇਰ ਆਉਂਦੇ, ਉਹੀ ਸਾਲ ਬਾਅਦ ਉਹੀ ਮਹੀਨਾ ਫੇਰ ਆਉਂਦਾ। ਹੁਣ ਵਿਸਾਖ ਦਾ ਮਹੀਨਾ ਆਰੰਭ ਹੋਇਆ, ਵਿਸਾਖੀ ਮਨਾਈ ਹੈ, ਸਾਲ ਬਾਅਦ ਫੇਰ ਵਿਸਾਖੀ ਆਵੇਗੀ। ਇਸੇ ਤਰੀਕੇ ਦੇ ਨਾਲ 100 ਸਾਲ ਦੀ ਸਦੀ ਆ, ਤੇ ਸਦੀਆਂ ਵੀ ਬੀਤ ਕੀ ਜਾਂਦੀਆਂ, ਸਦੀਆਂ ਵੀ ਆ, ਘੁੰਮ ਘੁੰਮ ਕੇ ਸਮਾਂ ਆਉਂਦਾ। ਫਿਰ ਇਸੇ ਤਰ੍ਹਾਂ ਅੱਗੇ ਯੁੱਗ ਵਾ,
जुगां दा वखरा वखरा समा है। जुगण की चौकरी फिराए फिरत है, ते युग भी बदल बदल के आउंदे। सतयुग आ, त्रेता युग आ, द्वापर युग आ, कल युग आ, फिर सतयुग है। ये घूमी जाता परमेश्वर के हुक्म दे नाल सारा चक्कर। पर सारे युगां दे विच, सारे समयां दे विच जुग जुग दाता अवर ना कोई। सारे युगां विच दाता इक्को ही है। सारे युगां नूं पैदा करन वाला भी इक्को ही आ, ते सारे युगां विच दाता देण वाला दाता भी एक परमेश्वर वाहिगुरू ही है। ਉਹਦੇ ਤੋਂ ਬਿਨਾ ਅਵਰ ਨਾ ਕੋਈ, ਹੋਰ ਕੋਈ ਦੂਜਾ ਦਾਤਾ ਨਹੀਂ ਹੈ। ਜਪਜੀ ਸਾਹਿਬ ਬਾਣੀ ਜੀ ਮਹਾਰਾਜ ਨੇ ਕਹਿ ਦਿੱਤਾ ਕਿ ਜੀਵ ਤਾਂ ਅਨੇਕਾਂ ਪੈਦਾ ਕੀਤੇ ਪਰਮੇਸ਼ਰ ਨੇ, ਜੀਵਾਂ ਦੀ ਕੋਈ ਗਿਣਤੀ ਨਹੀਂ ਹੈ। ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਹਿਸਾਬ ਕਿਤਾਬ ਵਿੱਚ ਸਾਰੀ ਗਿਣਤੀ ਹੈ, ਪਰ ਅਸੀਂ ਸੰਸਾਰੀ ਜੀਵਾਂ ਦੀ ਗਿਣਤੀ ਨਹੀਂ ਕੋਈ ਕਰ ਸਕਦੇ। ਮੋਟੀ ਮੋਟੀ ਜੀ ਗਿਣਤੀ ਸੰਸਾਰ ਦੇ ਲੋਕ ਕਰਦੇ ਆ ਵੀ ਇੱਕ ਦੇਸ਼ ਦੀ ਕਿੰਨੀ ਆਬਾਦੀ ਹੈ, ਆ ਦੁਨੀਆ ਦੀ ਕਿੰਨੀ ਆਬਾਦੀ ਹੈ, ਇੱਕ ਸੂਬੇ ਦੀ ਕਿੰਨੀ ਆਬਾਦੀ ਹੈ। ਉਹ ਸਾਰੀ ਗਿਣਤੀ ਜਿਹੜੀ ਹੈ ਸਰਕਾਰੀ ਕਾਗਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ, ਪਰ ਉਹ ਵੀ ਅੰਦਾਜ਼ਾ ਜਿਹਾ ਹੀ ਹੁੰਦਾ ਹੈ। ਪੂਰੀ ਗਿਣਤੀ ਤਾਂ ਕਿਸੇ ਦੀ ਨਹੀਂ ਕੀਤੀ ਜਾ ਸਕਦੀ, ਪਰ ਫਿਰ ਉਹ ਇਕੱਲੀ ਮਨੁੱਖਾਂ ਦੀ ਗਿਣਤੀ ਹੈ। ਪਸ਼ੂਆਂ ਦੀ ਗਿਣਤੀ ਕੌਣ ਕਰਦਾ ਹੈ? ਪੰਛੀਆਂ ਦੀ ਗਿਣਤੀ ਕੌਣ ਕਰਦਾ? 84 ਲੱਖ ਜੂਨਾਂ ਦੀ ਗਿਣਤੀ ਕੌਣ ਕਰਦਾ? ਸੰਸਾਰੀ ਮਨੁੱਖ ਨਹੀਂ ਗਿਣਤੀ ਸਾਰੀ ਕਰ ਸਕਦਾ, ਪਰ ਪਰਮੇਸ਼ਰ ਵਾਹਿਗੁਰੂ ਜੀ ਐਡਾ ਬੇਅੰਤ ਹੈ, ਉਹਦੇ ਤਾਂ ਸਾਰੇ ਗਿਣਤੀ ਦੇ ਵਿੱਚ ਹੀ ਹਨ, ਉਹਦੇ ਤਾਂ ਸਾਰੇ ਹਿਸਾਬ ਕਿਤਾਬ ਦੇ ਵਿੱਚ ਹੀ ਹਨ। ਜਿੰਨੇ ਜੀਵ ਜੰਤੂ ਉਹਨੇ ਪੈਦਾ ਕੀਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਖਿਆ ਭਗਤ ਨਾਮਦੇਵ ਸਾਹਿਬ ਜੀ ਦੀ ਰਚਨਾ ਦੇ ਰਾਹੀਂ ਕਿ 42 ਲੱਖ ਜੂਨਾਂ ਤੇ ਪਾਣੀ ਵਿੱਚ ਹੀ ਰਹਿੰਦੀਆਂ। 84 ਲੱਖ ਜੂਨਾਂ, 42 ਲੱਖ ਜੂਨਾਂ ਪਾਣੀ ਵਿੱਚ ਹੀ ਆ, ਤੇ 42 ਜਿਹੜੀਆਂ ਵਾ ਕੁਝ ਧਰਤੀ ਤੇ ਕੁਝ ਆਕਾਸ਼ ਵਿੱਚ ਉੱਡਣ ਵਾਲੀਆਂ। 42 ਲੱਖ ਜੀ ਜਲ ਮਹਿ ਹੋਤੇ, ਬੀਠਲ ਪਹਿਲਾ ਕਾਏ ਕਰੋ। ਤੇ ਜਿੰਨੇ ਜੀਵ ਪੈਦਾ ਕੀਤੇ ਆ, ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਆ, ਉਹਨਾਂ ਸਾਰਿਆਂ ਨੂੰ ਦਾਤਾ ਪਰਮੇਸ਼ਰ ਹੀ ਦੇ ਰਿਹਾ। ਜੀਵ ਅਨੇਕਾਂ ਵਾ ਪਰ ਦਾਤਾ ਏਕਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ। ਫਿਰ ਉਹਦੀਆਂ ਦਾਤਾਂ ਨਹੀਂ ਮੁੱਕਦੀਆਂ। ਜਦੋਂ ਤੋਂ ਹੀ ਜੁਗਾਂ ਤੋਂ ਜੀਵ ਉਹਨੇ ਪੈਦਾ ਕੀਤੀ, ਉਦੋਂ ਤੋਂ ਹੀ ਸਭ ਨੂੰ ਰੋਜੀ ਰੋਟੀ ਦੇ ਰਿਹਾ ਹੈ, ਸਭ ਨੂੰ ਦਾਤਾਂ ਦੇ ਰਿਹਾ ਹੈ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਸਾਰਿਆਂ ਨੂੰ ਖਾਣ ਪੀਣ ਵਾਸਤੇ ਦੇ ਰਿਹਾ, ਦੇ ਹੀ ਜਾਂਦਾ ਹੈ। ਨਾ ਤੇ ਉਹਦੀਆਂ ਦਾਤਾਂ ਮੁੱਕਦੀਆਂ, ਤੇ ਨਾ ਉਹ ਦੇਣ ਵੱਲੋਂ ਥੱਕਦਾ ਨਾ ਅੱਕਦਾ। ਲੈਣ ਵਾਲੇ ਜ਼ਰੂਰ ਥੱਕ ਜਾਂਦੇ ਆ, ਪਰ ਦੇਣ ਵਾਲਾ ਨਹੀਂ ਥੱਕਦਾ। ਲੈਣ ਵਾਲੇ ਥੱਕ ਜਾਂਦੇ, ਥੱਕਣ ਤੋਂ ਭਾਵ ਲੈਣ ਵਾਲੇ ਜਿਹੜੇ ਆ ਉਹਨਾਂ ਦੀ ਉਮਰ ਹੀ ਸਮਾਪਤ ਹੋ ਜਾਂਦੀ, ਉਹਨਾਂ ਦਾ ਸਮਾਂ ਹੀ ਸਮਾਪਤ ਹੋ ਜਾਂਦਾ ਹੈ। ਪਰ ਦੇਣ ਵਾਲਾ ਏਡਾ ਵੱਡਾ ਹੈ, ਉਹ ਦੇ ਹੀ ਜਾਂਦਾ, ਨਾ ਅੱਕਦਾ ਨਾ ਥੱਕਦਾ। ਇਹ ਬਚਨ ਵੀ ਮਹਾਰਾਜ ਨੇ ਜਪਜੀ ਸਾਹਿਬ ਜੀ ਫਰਮਾਏ, ਦੇਦਾ ਦੇ ਲੈਦੇ ਥੱਕ ਪਾਹੇ। ਉਹ ਦੇਣ ਵਾਲਾ ਦੇ ਹੀ ਜਾਂਦਾ ਹੈ, ਤੇ ਲੈਣ ਵਾਲੇ ਥੱਕ ਜਾਂਦੇ। ਦੇਣ ਵਾਲਾ ਨਹੀਂ ਥੱਕਦਾ, ਨਾ ਉਹਦੀਆਂ ਦਾਤਾਂ ਮੁੱਕਦੀਆਂ, ਤੇ ਨਾ ਉਹ ਥੱਕਦਾ ਹੀ ਆ ਦਿੰਦਾ। ਲੈਣ ਵਾਲੇ ਜ਼ਰੂਰ ਮਾਰੇ ਕਹਿੰਦੇ ਥੱਕ ਜਾਂਦੇ। ਆਖਿਰ ਕਿੰਨੀਆਂ ਕੁ ਦਾਤਾਂ ਇਹ ਵਰਤ ਲਵੇਗਾ? ਖਾਂਦਿਆਂ ਖਾਂਦਿਆਂ ਇੱਕ ਦਿਨ ਮੂੰਹ ਥੱਕ ਹੀ ਜਾਂਦਾ ਹੈ। ਮਹਾਰਾਜ ਸਾਹਿਬ ਨੇ ਆਖਿਆ, ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪੈ ਨੰਦਿਆਂ ਸਭ ਅੰਗ। ਪਹਿਣਦਿਆਂ ਸਾਰੇ ਅੰਗ ਘਸ ਗਏ ਸਰੀਰ ਦੇ। ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ। ਮੂੰਹ ਵੀ ਘਸ ਹੀ ਜਾਂਦਾ। ਘਸਣ ਤੋਂ ਭਾਵ ਦੰਦ ਘਸ ਹੀ ਜਾਂਦੇ ਆ, ਦੰਦ ਸਾਰੇ ਨਿਕਲ ਵੀ ਜਾਂਦੇ ਆ, ਦੁਬਾਰਾ ਵੀ ਲਵਾਉਣੇ ਪੈਂਦੇ ਆ ਬਿਰਧ ਅਵਸਥਾ ਵਿੱਚ। ਦਾਤਾਂ ਇੰਨੀਆਂ ਦਾਤਾਂ ਨਹੀਂ ਮੁੱਕੀਆਂ, ਇੰਨੀਆਂ ਦਾਤਾਂ ਦਾਤੇ ਦੀਆਂ। ਏਡਾ ਵੱਡਾ ਦਾਤਾ
ਮਹਾਰਾਜ ਕਹਿੰਦੇ ਫਿਰ ਐਸੇ ਦਾਤੇ ਨਾਲ ਜੇ ਪ੍ਰੇਮ ਨਾ ਪਵੇ ਫਿਰ ਐਸੇ ਜੀਵਨ ਨੂੰ ਧਰਕਾਰ ਹੈ। ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਨੰਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾ ਕਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ। ਜਿਨ੍ਹਾਂ ਦਾ ਉਸ ਸੱਚ ਦੇ ਨਾਲ ਪ੍ਰੇਮ ਨਹੀਂ ਲੱਗਦਾ ਹੈ, ਮਹਾਰਾਜ ਕਹਿੰਦੇ ਧਰਕਾਰ ਐਸੇ ਜੀਵਨ ਨੂੰ। ਉਹ ਇੱਕੋ ਹੀ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ। ਦੱਤਾ ਦਾਤਾ ਏਕ ਹੈ, ਸਭ ਕਉ ਦੇਵਨਹਾਰ। ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਮਹਾਰਾਜ ਸਾਹਿਬ ਜੀ ਨੇ ਫਰਮਾਇਆ ਕਿ ਇਹ ਦਾਤਾਂ ਦੇਣ ਦੀ ਚਿੰਤਾ, ਇਹ ਰੋਜੀ ਰੋਟੀ ਦੇਣ ਦਾ ਫਿਕਰ ਤਾਂ ਉਸ ਵਾਹਿਗੁਰੂ ਨੂੰ ਹੈ, ਸਾਰਿਆਂ ਨੂੰ ਦੇਣ ਦਾ। ਇਹ ਇਨਸਾਨ ਤੂੰ ਇਸ ਚਿੰਤਾ ਵਿੱਚ ਨਾ ਪੈ, ਤੂੰ ਉਸ ਵਾਹਿਗੁਰੂ ਜੀ ਦੇ ਚਿੰਤਨ ਵਿੱਚ ਪੈ। ਉਹਦਾ ਚਿੰਤਨ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ, ਉਹਦੀ ਯਾਦ ਵਿੱਚ ਜੁੜਿਆ ਕਰ। ਰੋਜੀ ਰੋਟੀ ਦੇਣ ਦਾ ਫਿਕਰ ਤਾਂ ਉਸ ਨੂੰ ਹੈ। ਨਾਨਕ ਚਿੰਤਾ ਸੋ ਕਰੇ ਜਿਨ ਉਪਾਇਆ ਜਗ। ਜਿਸ ਨੇ ਸਾਰਾ ਜੱਗ ਪੈਦਾ ਕੀਤਾ ਹੈ ਤੇ ਸਾਰੇ ਜੱਗ ਦਾ ਉਹਨੂੰ ਫਿਕਰ ਵੀ ਹੈ, ਉਹਨੂੰ ਚਿੰਤਾ ਵੀ ਹੈ। ਇਨਸਾਨ ਨੂੰ ਆਪਣੀ ਚਿੰਤਾ ਹੋ ਸਕਦੀ, ਆਪਣੇ ਪਰਿਵਾਰ ਦਾ ਫਿਕਰ ਹੋ ਸਕਦਾ ਹੈ, ਸਾਰਿਆਂ ਦਾ ਫਿਕਰ ਤਾਂ ਨਹੀਂ ਹੈ। ਸਾਰਿਆਂ ਦਾ ਫਿਕਰ ਤਾਂ ਉਸ ਕਰਤਾ ਪੁਰਖ ਨੂੰ ਹੈ, ਇਕੱਲੇ ਮਨੁੱਖਾਂ ਦਾ ਹੀ ਨਹੀਂ, ਸਾਰਿਆਂ ਤੋਂ ਭਾਵ ਇਕੱਲੇ ਇਨਸਾਨਾਂ ਦਾ ਹੀ ਨਹੀਂ, 84 ਲੱਖ ਜੂਨਾਂ ਦਾ, ਪਸ਼ੂਆਂ ਦਾ ਵੀ, ਪੰਛੀਆਂ ਦਾ ਵੀ, ਜਿਨਨੇ ਪਾਣੀ ਵਿੱਚ ਪੈਦਾ ਕੀਤੇ ਉਹਨਾਂ ਦਾ ਵੀ, ਜਿਨਨੇ ਧਰਤੀ ਦੇ ਉੱਤੇ ਸੁੱਕੇ ਥਾਂ ਤੇ ਪੈਦਾ ਕੀਤੇ ਉਹਨਾਂ ਦਾ ਵੀ, ਜਿਨ੍ਹਾਂ ਨੂੰ ਆਕਾਸ਼ ਵਿੱਚ ਪੈਦਾ ਕੀਤਾ ਉਹਨਾਂ ਦਾ ਵੀ ਫਿਕਰ। ਜਿੱਥੇ ਜਿੱਥੇ ਪੈਦਾ ਕੀਤੇ, ਜਿਹੜੇ ਪੱਥਰਾਂ ਵਿੱਚ ਪੈਦਾ ਕੀਤੇ ਉਹਨਾਂ ਦਾ ਵੀ ਉਹਨੂੰ ਹੀ ਫਿਕਰ। ਪੱਥਰਾਂ ਵਿੱਚ ਵੀ ਪੈਦਾ ਕੀਤੇ। ਫਿਰ ਜਦੋਂ ਤੋਂ ਜੁੱਗਾਂ ਜੁੱਗਾਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ, 84 ਲੱਖ ਜੂਨਾਂ ਪੈਦਾ ਕੀਤੀਆਂ, ਉਦੋਂ ਤੋਂ ਹੀ ਸਾਰਿਆਂ ਨੂੰ ਉਹ ਰਿਜ਼ਕ ਦਾਤਾ ਰਿਜ਼ਕ ਦੇ ਰਿਹਾ। ਮਹਾਰਾਜ ਸਾਹਿਬ ਕਹਿੰਦੇ ਨਾ ਅੰਮ੍ਰਿਤ ਬਾਣੀ 'ਚ 84 ਲੱਖ ਜੂਨ ਉਪਾਈ ਰਿਜ਼ਕ ਦੀਆ ਸਭ ਹੂ ਕਉ ਤਦ ਕਾ। ਤਦ ਕਾ ਤੋਂ ਭਾਵ ਉਦੋਂ ਦਾ। ਕਦੋਂ ਦਾ? ਜਦੋਂ ਤੋਂ ਜੀਵਾਂ ਨੂੰ ਪੈਦਾ ਕੀਤਾ, ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ, ਆਦਿ ਕਾਲ ਤੋਂ ਲੈ ਕਰਕੇ ਹੀ ਉਹ ਸਾਰਿਆਂ ਨੂੰ ਰੋਜੀ ਰੋਟੀ ਦੇ ਰਿਹਾ। ਏਡਾ ਵੱਡਾ ਦਾਤਾ। ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ। ਸੋ ਕਿਉ ਬਿਸਰੈ ਜੇ ਜੀਵਨ ਜੀਆ। ਮਹਾਰਾਜ ਕਹਿੰਦੇ ਭਾਈ ਏਡੇ ਵੱਡੇ ਦਾਤੇ ਨੂੰ ਕਿਉਂ ਭੁਲਾ ਦਿੱਤਾ, ਜਿਸ ਨੇ ਸਾਰਾ ਕੁਝ ਦਿੱਤਾ, ਜਿਸ ਨੇ ਜੀਵਨ ਦਿੱਤਾ ਜੀਣ ਵਾਸਤੇ। ਇਹ ਜੀਵਨ ਵੀ ਤਾਂ ਉਹਨੇ ਹੀ ਦਿੱਤਾ। ਬੰਦਾ ਬਾਹਰਲੀਆਂ ਦਾਤਾਂ ਨੂੰ ਤਾਂ ਗਿਣਦਾ ਹੈ, ਬਾਹਰਲੇ ਪਦਾਰਥਾਂ ਨੂੰ ਤਾਂ ਗਿਣਦਾ ਹੈ, ਪਰ ਮਹਾਰਾਜ ਕਹਿੰਦੇ ਆ ਮਨੁੱਖਾ ਜਨਮ ਵੀ ਤਾਂ ਉਸ ਦੀ ਬਖਸ਼ਿਸ਼, ਉਹਦੀ ਦਾਤ ਹੀ ਹੈ ਨਾ ਇੱਕ। ਇਹ ਸਰੀਰ ਵੀ ਤਾਂ ਉਹਨੇ ਹੀ ਦਿੱਤਾ ਹੈ, ਸਰੀਰ ਦੇ ਵਿੱਚ ਜਿੰਦ ਜਾਨ ਵੀ ਤਾਂ ਉਸੇ ਨੇ ਹੀ ਪਾਈ ਹੋਈ ਹੈ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਜੀਓ ਜਿੰਦ, ਪਿੰਡ ਸਰੀਰ, ਇਹ ਵੀ ਸਾਰੀ ਉਸ ਵਾਹਿਗੁਰੂ ਜੀ ਦੀ ਦਿੱਤੀ ਹੋਈ ਰਾਸ, ਰਾਸੀ ਪੂੰਜੀ ਮਿਲੀ ਹੋਈ ਹੈ ਜੀ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਨੇ ਜਿੰਦ ਜਾਨ ਪਾ ਕਰਕੇ ਸਰੀਰ ਨੂੰ ਸਾਜਿਆ, ਫਿਰ ਪਹਿਨਣ ਵਾਸਤੇ ਵੀ ਦਿੱਤਾ ਤੇ ਖਾਣ ਵਾਸਤੇ ਵੀ ਦਿੱਤਾ। ਕਿੱਡਾ ਵੱਡਾ ਦਾਤਾ ਹੈ। ਜਦੋਂ ਮਹਾਰਾਜ ਸਾਹਿਬ ਦਾਤੇ ਦਾ ਜ਼ਿਕਰ ਕਰਦੇ ਆ ਤੇ ਗਰੀਬ ਨਵਾਜ ਕਹਿੰਦੇ ਕੱਲਾ ਉਸਨੇ ਆ ਜੀਵਨ ਵਿੱਚ ਹੀ ਨਹੀਂ ਦਾਤਾਂ ਦਿੱਤੀਆਂ, ਉਹਨੇ ਤਾਂ ਜਨਮ ਤੋਂ ਪਹਿਲਾਂ ਵੀ ਤੇਰੀ ਪਾਲਣਾ ਕੀਤੀ ਆ। ਜਦੋਂ ਜੀਵ ਤੋਂ ਹਾਲੇ ਜਨਮ ਨਹੀਂ ਸੀ ਲਿਆ, ਸੰਸਾਰ ਵਿੱਚ ਨਹੀਂ ਸੀ ਆਇਆ, ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਸੈ, ਉਸ ਮੌਕੇ ਤੇ ਵੀ ਤਾਂ ਉਸ ਵੱਡੇ ਦਾਤੇ ਨੇ ਹੀ ਪਾਲਣਾ ਕੀਤੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰ ਗਿਆ। ਉਸ ਨੂੰ ਕਿਉਂ ਮਨ ਚੋਂ ਭੁਲਾ ਦਿੱਤਾ ਜਿਹਨੇ ਜਨਮ ਤੋਂ ਪਹਿਲਾਂ ਵੀ ਪਾਲਣਾ ਕੀਤੀ। ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏ ਵੱਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵੱਡ ਦਾਤਾ, ਸੋ ਕਿਉ ਮਨੋ ਵਿਸਾਰੀਐ।
ਏਡਾ ਵੱਡਾ ਦਾਤਾ। ਗਰੀਬ ਨਵਾਜ ਕਹਿੰਦੇ ਕਿੰਨੀਆਂ ਦਾਤਾਂ ਦੇਣ ਵਾਲਾ, ਜੁਗ ਜੁਗ ਦਾਤਾ, ਜੁਗਾਂ ਜੁਗਾਂ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਹੀ ਦਾਤਾ। ਅਵਰ ਨਾ ਕੋਏ, ਉਹਦੇ ਤੋਂ ਬਿਨਾਂ ਹੋਰ ਕੋਈ ਦਾਤਾ ਹੈ ਹੀ ਨਹੀਂ। ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਉਹ ਪੈਦਾ ਕਰਦਾ ਹੈ, ਤੇ ਪੈਦਾ ਕਰਨ ਤੋਂ ਪਹਿਲਾਂ ਉਹਨਾਂ ਦਾ ਰਿਜ਼ਕ ਉੱਥੇ ਪੈਦਾ ਕਰਦਾ ਹੈ। ਸੈਲ ਪੱਥਰ ਮਹਿ ਜੰਤਿ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਆਗੇ ਕਰ ਧਰਿਆ ਤੋਂ ਭਾਵ ਉਸ ਜੀਵ ਨੂੰ ਬਾਅਦ ਵਿੱਚ ਪੈਦਾ ਕੀਤਾ, ਉਹਦਾ ਰਿਜ਼ਕ ਉੱਥੇ ਪਹਿਲਾਂ ਉਹਨੇ ਰੱਖ ਦਿੱਤਾ, ਪਹਿਲਾਂ ਧਰ ਦਿੱਤਾ। ਕੀ ਇਕੱਲੇ ਉਸੇ ਜੀਵ ਦਾ ਜਿਹਨੂੰ ਪੱਥਰ ਵਿੱਚ ਪੈਦਾ ਕੀਤਾ, ਜਾਂ ਸਾਰਿਆਂ ਦਾ? ਤਾਂ ਮਹਾਰਾਜ ਸਾਹਿਬ ਕਹਿੰਦੇ ਸਾਰਿਆਂ ਨੂੰ ਹੀ ਉਹ ਬਾਅਦ ਵਿੱਚ ਪੈਦਾ ਕਰਦਾ ਵਾ, ਪਹਿਲਾਂ ਸਾਰਿਆਂ ਦਾ ਰਿਜ਼ਕ ਹੀ ਦਿੰਦਾ ਵਾ। ਹਰੇਕ ਮਨੁੱਖ ਦਾ ਰਿਜ਼ਕ ਉਹਨੇ ਪਹਿਲੋਂ ਦਿੱਤਾ ਵਾ, ਤੇ ਫਿਰ ਉਹਨੇ ਜੀਵ ਨੂੰ ਪੈਦਾ ਕੀਤਾ। ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਇਹ ਪ੍ਰਭੂ ਪਹਿਲਾਂ ਸਾਰਿਆਂ ਦਾ ਰਿਜ਼ਕ ਪੈਦਾ ਕਰਦਾ ਹੈ, ਤੇ ਪਿੱਛੋਂ ਬਾਅਦ ਵਿੱਚ ਸਾਰੇ ਜੀਵਾਂ ਜੰਤੂਆਂ ਨੂੰ ਪੈਦਾ ਕਰਦਾ। ਜਿਵੇਂ ਬੱਚੇ ਦਾ ਜਨਮ ਬਾਅਦ ਵਿੱਚ ਹੈ, ਪਰ ਬੱਚੇ ਦੀ ਮਾਤਾ ਦੇ ਕੋਲੇ ਉਸ ਬੱਚੇ ਨੂੰ ਦੁੱਧ ਪਿਆਉਣ ਦਾ ਪ੍ਰਬੰਧ ਕਰਤਾ ਪੁਰਖ ਨੇ ਪਹਿਲੋਂ ਕਰ ਦਿੱਤਾ। ਬੱਚੇ ਦੇ ਜਨਮ ਤੋਂ ਕਈ ਸਾਲ ਪਹਿਲਾਂ ਕਰ ਦਿੱਤਾ, ਕਈ ਸਾਲ ਪਹਿਲਾਂ। ਬੱਚੇ ਦਾ ਜਨਮ ਕਈ ਸਾਲ ਬਾਅਦ ਵਿੱਚ ਹੈ, ਪਰ ਉਹਦੇ ਦੁੱਧ ਪੀਣ ਦਾ ਪ੍ਰਬੰਧ ਉਸ ਦੀ ਮਾਂ ਦੇ ਕੋਲੇ, ਮਾਤਾ ਦੇ ਕੋਲੇ ਕਰਤਾ ਪੁਰਖ ਨੇ ਪਹਿਲੋਂ ਹੀ ਕਰ ਦਿੱਤਾ। ਕਿੱਡਾ ਵੱਡਾ ਦਾਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ ਸੀ ਕਿ ਭਾਈ ਮਰਦਾਨਿਆ, ਉਹ ਕਰਤਾਰ ਸਾਰਿਆਂ ਦੀ ਖਬਰਸਾਰ ਲੈਂਦਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ। ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਛਾਤ ਹੈ ਪੂਰਬ ਬਣਾ ਆਹਾਰ। ਮਰਦਾਨਿਆ, ਇਹ ਦੇਹ ਜੀਵ ਦੀ ਬਾਅਦ ਵਿੱਚ ਬਣੀ ਹੈ, ਪਰ ਆਹਾਰ ਇਹਦਾ ਪਹਿਲਾਂ ਬਣਿਆ, ਭੋਜਨ ਇਹਦਾ ਪਹਿਲਾਂ ਕਰਤਾ ਪੁਰਖ ਨੇ ਪੈਦਾ ਕੀਤਾ। ਇਸ ਕਰਕੇ ਉਹ ਵੱਡਾ ਹੈ ਦਾਤਾ। ਤਾਂ ਮਹਾਰਾਜ ਕਹਿੰਦੇ ਭਾਈ ਇਹ ਜੀਵ ਚਿੰਤਾ ਕਰਦਾ ਹੈ ਰਿਜ਼ਕ ਦੀ, ਪਰ ਸਤਿਗੁਰੂ ਜੀ ਕਹਿੰਦੇ ਚਿੰਤਾ ਤੇ ਉਹ ਕਰਤਾ ਪੁਰਖ ਨੇ ਆਪਣੇ ਪਾਸ ਲਈ ਹੋਈ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤਿ ਉਪਾਇਨ ਤਿਨਾ ਭੇ ਰੋਜੀ ਦੇ। ਜਿਹੜੇ ਜਲ ਵਿੱਚ ਪੈਦਾ ਕੀਤੇ ਸਤਿਗੁਰੂ ਕਹਿੰਦੇ ਉਹਨਾਂ ਨੂੰ ਵੀ ਤਾਂ ਉਹੀ ਰੋਜੀ ਦੇ ਰਿਹਾ। ਭਗਤ ਨਾਮਦੇਵ ਸਾਹਿਬ ਜੀ ਨੇ ਆਖਿਆ ਕਿ 42 ਲੱਖ ਜੂਨਾਂ ਪਾਣੀ ਵਿੱਚ ਵਾ। ਮਹਾਰਾਜ ਸਾਹਿਬ ਕਹਿੰਦੇ ਜਲ ਮਹਿ ਜੰਤਿ ਉਪਾਇਨ ਤਿਨਾ ਭੇ ਰੋਜੀ ਦੇ। ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਮਹਾਰਾਜ ਕਹਿੰਦੇ ਨਾ ਤੇ ਉੱਥੇ ਕੋਈ ਖੇਤੀ ਕਰਦਾ, ਨਾ ਕੋਈ ਉੱਥੇ ਪਾਣੀ ਵਿੱਚ ਸਮੁੰਦਰਾਂ ਦਰਿਆਵਾਂ ਦੇ ਵਿੱਚ ਹੱਟੀ ਚੱਲਦੀ। ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ। ਉੱਥੇ ਤੇ ਸੌਦਾ ਉੱਕਾ ਹੀ ਨਹੀਂ ਹੈ। ਇੱਥੇ ਬਾਹਰ ਤਾਂ ਦੁਕਾਨਾਂ ਤੋਂ ਸੌਦਾ ਵੀ ਖਰੀਦਿਆ ਜਾ ਸਕਦਾ, ਇੱਥੇ ਤਾਂ ਖੇਤੀ ਵੀ ਕੀਤੀ ਜਾਂਦੀ ਹੈ, ਫਸਲਾਂ ਵੀ ਬੀਜੀਆਂ ਉਗਾਈਆਂ ਜਾਂਦੀਆਂ, ਪਰ ਉੱਥੇ ਨਾ ਕੋਈ ਖੇਤੀ ਕਰਦਾ, ਨਾ ਕੋਈ ਸੌਦਾ ਹੈ, ਨਾ ਕੋਈ ਉਧਾਰ ਸੁਧਾਰ ਹੈ, ਨਾ ਕੋਈ ਲਿਆ ਜਾਂਦਾ, ਨਾ ਦਿੱਤਾ ਜਾਂਦਾ। ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾ ਤਿਨਾ ਵਿਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਮੁੰਦਰਾਂ 'ਚ ਪੈਦਾ ਕੀਤੇ, ਪੱਥਰਾਂ 'ਚ ਪੈਦਾ ਕੀਤੇ, ਉਹਨਾਂ ਦੀ ਵੀ ਪਾਲਣਾ ਕਰ ਰਿਹਾ। ਇਹਦਾ ਭਾਵ ਕੀ ਹੋਇਆ? ਇਹਦਾ ਭਾਵ ਇਹ ਨਹੀਂ ਕਿ ਇਨਸਾਨ ਨੂੰ ਉਦਮ ਨਹੀਂ ਕਰਨਾ ਚਾਹੀਦਾ ਜਾਂ ਮਿਹਨਤ ਨਹੀਂ ਕਰਨੀ ਚਾਹੀਦੀ। ਮਹਾਰਾਜ ਸਾਹਿਬ ਨੇ ਆਖਿਆ ਧਰਮ ਦੀ ਕਿਰਤ ਕਰ, ਵੰਡ ਕੇ ਛਕ, ਨਾਮ ਜਪ। ਉਦਮ ਕਰਨ ਵੱਲੋਂ ਨਹੀਂ ਰੋਕਦੇ, ਉਦਮ ਕਰ, ਪਰ ਮਹਾਰਾਜ ਕਹਿੰਦੇ ਵੀ ਰੋਜੀ ਰੋਟੀ ਦੀ ਚਿੰਤਾ ਨਾ ਕਰ। ਉਦਮ ਕਰ, ਮਿਹਨਤ ਕਰ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ। ਨਾਨਕ ਉਤਰੀ ਚਿੰਤ, ਪਰ ਚਿੰਤਾ ਨਾ ਕਰ। ਚਿੰਤਾ ਤੇ ਕਰਤਾ ਪੁਰਖ ਨੇ ਲਈ ਹੋਈ ਹੈ ਸਾਰੇ ਜੀਵਾਂ ਦੀ, ਕਿਉਂਕਿ ਜੁਗਾਂ ਜੁਗਾਂ ਵਿੱਚ ਦਾਤਾ ਉਹ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈ। ਬਾਕੀ ਤੇ ਸਾਰਾ ਜਗਤ ਮਾਰੇ ਕਹਿੰਦੇ ਭਿਖਾਰੀ ਹੈ।
ਸਾਰੇ ਭਿਖਾਰੀ ਹੈ। ਉਂਝ ਇਨਸਾਨ ਭਿਖਾਰੀ ਤੋਂ ਘਿਰਨਾ ਵੀ ਕਰਦਾ, ਨਫ਼ਰਤ ਵੀ ਕਰਦਾ ਹੈ। ਜੇ ਕੋਈ ਭਿਖਾਰੀ ਮੰਗਦਾ ਇਹਦੇ ਕੋਲੇ ਆ ਜਾਵੇ ਨਾ, ਤੇ ਉਹ ਤਾਂ 5 ਰੁਪਈਏ ਜਾਂ 10 ਰੁਪਈਏ ਜਾਂ 20 ਰੁਪਈਏ ਮੰਗਦਾ ਹੈ, ਉਹਨੂੰ ਇਹ ਭਿਖਾਰੀ ਕਹਿੰਦਾ ਹੈ। ਬਾਕੀ ਉਹ ਵੀ ਵਾਹਿਗੁਰੂ ਦੀ ਇੱਕ ਖੇਡ ਹੀ ਹੈ। ਜਿਹਨੂੰ ਮੰਗਣ ਵਾਲਾ ਬਣਾ ਦਿੱਤਾ ਹੈ, ਜਿਹਨੂੰ ਭਿਖਾਰੀ ਬਣਾ ਦਿੱਤਾ, ਉਹਨੂੰ ਵੀ ਕਰਤਾ ਪੁਰਖ ਨੇ ਹੀ ਬਣਾਇਆ। ਤੇ ਜਿਸ ਨੂੰ ਦੇਣ ਵਾਲਾ ਬਣਾ ਦਿੱਤਾ ਹੈ, ਤੇ ਉਹਨੂੰ ਵੀ ਵਾਹਿਗੁਰੂ ਨੇ ਹੀ ਬਣਾਇਆ ਹੈ। ਦਾਤਾ ਵੀ ਉਹਨੂੰ ਹੀ ਬਣਾਇਆ, ਵਾਹਿਗੁਰੂ ਨੇ ਬਣਾਇਆ। ਰਹਿਰਾਸ ਸਾਹਿਬ ਜੀ ਦੀ ਬਾਣੀ 'ਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਕਣਾ ਨੂੰ ਹੈ ਵਾਹਿਗੁਰੂ ਤੂੰ ਦਾਤੇ ਬਣਾ ਦਿੱਤਾ ਦੇਣ ਵਾਲੇ, ਇਕਣਾ ਨੂੰ ਤੂੰ ਭਿਖਾਰੀ ਬਣਾ ਦਿੱਤਾ ਮੰਗਣ ਵਾਲੇ। ਇਹ ਸਾਰੇ ਤੇਰੇ ਚੋਜ ਆ, ਅਸਚਰਜ ਚੋਜ ਆ। ਪਰ ਉਹ ਜਿਹੜੇ ਦਾਤੇ ਵੀ ਬਣਾਏ ਉਹ ਵੀ ਨਿੱਕੇ ਨਿੱਕੇ ਦਾਤੇ ਹੀ ਆ, ਵੱਡਾ ਦਾਤਾ ਤੇ ਇੱਕ ਹੀ ਆ। ਉਹ ਨਿੱਕੇ ਨਿੱਕੇ ਦਾਤੇ ਅੱਗੇ ਪਰਮੇਸ਼ਰ ਨੇ ਦਾਤਾਂ ਵੰਡਣ ਵਾਲੇ ਬਣਾ ਦਿੱਤੇ। ਪਰ ਨਾਲ ਇਹ ਵੀ ਕਹਿ ਦਿੱਤਾ ਬਾਣੀ ਵਿੱਚ ਵੀ ਜਿਸ ਨੂੰ ਦਾਤਾ ਬਣਾਇਆ, ਜੇ ਉਹ ਇਹ ਗੱਲ ਸਮਝ ਲਵੇ, ਹੰਕਾਰ ਕਰ ਲਵੇ ਵੀ ਮੈਂ ਹੀ ਦਾਤਾ ਹਾਂ, ਤੇ ਸਤਿਗੁਰੂ ਕਹਿੰਦੇ, ਫਿਰ ਪਰਮੇਸ਼ਰ ਕਹਿੰਦੇ ਤੂੰ ਤਾਂ ਮੂਰਖ ਹਾਂ। ਵੀ ਮੇਰੇ ਕੋਲੋਂ ਲੈ ਕੇ ਮੰਗ ਕੇ ਅਰਦਾਸਾਂ ਕਰਕੇ ਜੇ ਅੱਗੇ ਤੂੰ ਦੇਣ ਵਾਲਾ ਬਣ ਗਿਆ ਤੇ ਤੂੰ ਹੰਕਾਰ ਕਰੀ ਜਾਂਦਾ ਵੀ ਮੈਂ ਹੀ ਦਾਤਾ। ਸੁਖਮਨੀ ਸਾਹਿਬ ਚ ਮਹਾਰਾਜ ਨੇ ਆਖਿਆ, ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇਗਾ ਵਾਰ। ਜੇ ਕੋਈ ਹੰਕਾਰ ਕਰਦਾ ਹੈ ਆਪਣੇ ਦਾਤੇ ਪੁਣੇ ਦਾ, ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਇਹਨੂੰ ਗਵਾਰ ਹੀ ਸਮਝਦਾ ਹੈ ਵੀ ਇਹ ਮੂਰਖ ਮੇਰੇ ਤੋਂ ਲੈ ਕੇ ਅੱਗੇ ਵੰਡਦਾ ਹੈ, ਤੇ ਦਾਤਾ ਆਪਣੇ ਆਪ ਨੂੰ ਸਮਝੀ ਜਾਂਦਾ। ਤੇ ਜਿਹੜੇ ਉਹ ਭਿਖਾਰੀ ਆ ਉਹ ਵੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਪਰ ਉਹਦੇ ਨਾਲ ਮਨੁੱਖ ਘਿਰਨਾ ਵੀ ਕਰਦਾ ਵੀ ਇਹ ਭਿਖਾਰੀ ਹੈ। ਅਸਲ ਵਿੱਚ ਭਿਖਾਰੀ ਸਾਰੇ ਹੀ ਆ, ਸਾਰਾ ਜਗਤ ਹੀ ਭਿਖਾਰੀ ਹੈ। ਜਿਹੜਾ ਰਾਜਾ ਵੀ ਹੈ ਨਾ ਉਹ ਵੀ ਭਿਖਾਰੀ ਹੈ ਰੱਬ ਦੇ ਘਰ ਦਾ। ਇੱਕ ਛੋਟਾ ਜਿਹਾ ਮੰਗਤਾ ਉਹ ਤਾਂ ਥੋੜਾ ਕੁਝ ਮੰਗਦਾ ਹੈ, ਤੇ ਇੱਕ ਰਾਜਾ ਜਿਹੜਾ ਉਹ ਵੀ ਮਹਾਰਾਜ ਅੱਗੇ ਤਰਲੇ ਪਾ ਕੇ ਬੇਨਤੀਆਂ ਕਰਕੇ ਉਹ ਵੀ ਵਾਹਿਗੁਰੂ ਤੋਂ ਹੀ ਮੰਗਦਾ ਹੈ, ਤਾਂ ਉਹ ਵੀ ਭਿਖਾਰੀ। ਇਸ ਨੂੰ ਮਹਾਰਾਜ ਨਾਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਸਾਰਾ ਜਗਤ ਹੀ ਭਿਖਾਰੀ ਹੈ, ਦਾਤਾ ਤੇ ਇੱਕ ਪਰਮੇਸ਼ਰ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ। ਉਸ ਵੱਡੇ ਦਾਤੇ ਦਾ ਸਿਮਰਨ ਕਰ, ਫਿਰ ਸਾਰੇ ਕਾਰਜ ਪੂਰੇ ਹੋਣਗੇ। ਦਾਤਾ ਇੱਕੋ ਇੱਕ ਵਾਹਿਗੁਰੂ ਹੈ, ਇੱਕੋ ਇੱਕ ਪਰਮੇਸ਼ਰ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਜੁਗਾਂ ਜੁਗਾਂ ਦੇ ਵਿੱਚ ਦਾਤਾ ਇੱਕ ਪ੍ਰਭੂ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈ। ਜਿਉ ਭਾਵੈ ਤਿਉ ਰਾਖਹਿ ਰਾਖ। ਤੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਭਾਈ ਸਾਨੂੰ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ। ਜਗਤ ਗੁਰੂ ਜੀ ਦੱਸਦੇ ਹਨ, ਜਿਉ ਭਾਵੈ ਕਿ ਪ੍ਰਭੂ ਜਿਵੇਂ ਆਪ ਜੀ ਨੂੰ ਭਾਵੇ, ਜਿਵੇਂ ਆਪ ਜੀ ਨੂੰ ਚੰਗਾ ਲੱਗੇ, ਤਿਉ ਰਾਖਹਿ ਰਾਖ। ਉਸੇ ਤਰ੍ਹਾਂ ਸਾਨੂੰ ਮਾਰੇ ਆਪਣੀ ਸ਼ਰਨ ਵਿੱਚ ਰੱਖਣਾ ਕਰੋ, ਉਸੇ ਤਰ੍ਹਾਂ ਸਾਨੂੰ ਆਪਣੀ ਰਜਾ ਦੇ ਵਿੱਚ ਰੱਖਣਾ ਕਰੋ। ਸਾਡੇ ਤੇ ਕਿਰਪਾ ਕਰੋ, ਜਿੱਥੇ ਤੁਸੀਂ ਸਾਨੂੰ ਰੱਖੋ ਉੱਥੇ ਹੀ ਅਸੀਂ ਆਪ ਜੀ ਦੇ ਭਾਣੇ ਦੇ ਵਿੱਚ, ਆਪ ਜੀ ਦੀ ਸ਼ਰਨ ਵਿੱਚ ਰਹਿ ਕਰਕੇ ਪ੍ਰਸੰਨ ਰਹੀਏ। ਜਿੱਥੇ ਤੁਸੀਂ ਰੱਖੋ, ਜਿਉ ਭਾਵੈ ਤਿਉ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜ। ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਆ, ਤੇ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ, ਜਿਵੇਂ ਭਾਉਂਦਾ ਹੈ, ਉਸੇ ਤਰ੍ਹਾਂ ਇਹ ਪ੍ਰਭੂ ਜੀ ਸਾਨੂੰ ਰੱਖੋ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਸਾਡਾ ਭਲਾ ਹੋਵੇਗਾ, ਇਸ ਤਰ੍ਹਾਂ ਕਲਿਆਣ ਹੋਵੇਗਾ। ਆਪਣੇ ਹੱਥ ਦੇ ਨਾਲ, ਆਪਣੀ ਮਿਹਨਤ ਦੇ ਨਾਲ ਕਲਿਆਣ ਨਹੀਂ ਪ੍ਰਾਪਤ ਹੋ ਸਕਦੀ ਹੈ। ਬੰਦਾ ਜ਼ੋਰ ਦੇ ਨਾਲ ਅੱਕ ਥੱਕ ਜਾਵੇਗਾ, ਪਰ ਜਿਸ ਵੇਲੇ ਪਰਮੇਸ਼ਰ ਵਾਹਿਗੁਰੂ ਜੀ ਉੱਤੇ ਹੀ ਇਹ ਡੋਰੀ ਸੁੱਟ ਦੇਵੇਗਾ ਨਾ, ਤਰਲਾ ਪਾਵੇਗਾ ਵੀ ਜਿਵੇਂ ਪ੍ਰਭੂ ਤੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਮੈਨੂੰ ਰੱਖ, ਪਰ ਤੇਰਾ ਭਾਣਾ ਮੈਨੂੰ ਚੰਗਾ ਲੱਗੇ, ਮੈਨੂੰ ਇਹ ਬਲ ਬਖਸ਼, ਮੈਂ ਆਪ ਜੀ ਦੇ ਭਾਣੇ ਨੂੰ ਮੰਨ ਸਕਾਂ, ਆਪ ਜੀ ਦੀ ਰਜਾ ਨੂੰ ਮੰਨ ਸਕਾਂ, ਆਪ ਜੀ ਦੀ ਆਗਿਆ ਵਿੱਚ ਰਹਿ ਸਕਾਂ, ਜਿਵੇਂ ਆਪ ਜੀ ਨੂੰ ਭਾਉਂਦਾ ਹੈ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖਹੁ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਆਪਣੇ ਘਰ ਦੇ ਗੋਲੇ ਗੁਲਾਮ ਬਣਾ ਕਰਕੇ
ਆਪਣੇ ਦਾਸ ਬਣਾ ਕਰਕੇ ਜਿਵੇਂ ਆਪ ਜੀ ਨੂੰ ਪਾਉਂਦਾ ਮਹਾਰਾਜ ਰੱਖ ਲਓ ਜੀ। ਜਸ ਜਾਚੋ ਦੇਵੈ ਪਤ ਸਰਾਹ। ਇੱਕ ਮਹਾਰਾਜ ਜਿਵੇਂ ਆਪ ਜੀ ਨੂੰ ਪਾਉਂਦਾ ਉਸੇ ਤਰ੍ਹਾਂ ਸਾਨੂੰ ਰੱਖੋ ਆਪਣੀ ਸ਼ਰਨ ਵਿੱਚ। ਦੂਜੀ ਸਾਡੀ ਬੇਨਤੀ ਇਹ ਹੈ ਕਿ ਅਸੀਂ ਆਪ ਜੀ ਦਾ ਜਸ ਮੰਗਦੇ ਹਾਂ। ਜਸ ਜਾਚੋ, ਮਹਾਰਾਜ ਤੁਸੀਂ ਦਾਤੇ ਹੋ ਤੇ ਕਿਰਪਾ ਕਰਕੇ ਆਪਣਾ ਜਸ ਕਰਨਾ ਦੇ ਦਿਓ। ਆਪ ਜੀ ਦਾ ਜਸ ਕਰਦੇ ਰਹੀਏ, ਆਪ ਜੀ ਦੇ ਗੁਣ ਗਾਉਂਦੇ ਰਹੀਏ, ਆਪ ਜੀ ਦਾ ਨਾਮ ਜਪਦੇ ਰਹੀਏ, ਆਪ ਜੀ ਦੀਆਂ ਵਡਿਆਈਆਂ ਕਰਦੇ ਰਹੀਏ, ਆਪ ਜੀ ਦੀ ਉਸਤਤੀ ਕਰਦੇ ਰਹੀਏ, ਆਪ ਜੀ ਦੀ ਮਹਿਮਾ ਕਰਦੇ ਰਹੀਏ। ਜਿਸ ਨੂੰ ਮਹਾਰਾਜ ਸਾਹਿਬ ਜੀ ਖੁਸ਼ ਹੋ ਕਰਕੇ ਆਪਣਾ ਜਸ ਦੇ ਦਿੰਦੇ ਆ ਸਾਧ ਸੰਗਤ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਦੇ ਬਰਾਬਰ ਕੋਈ ਪਾਤਸ਼ਾਹ ਨਹੀਂ। ਜਿਸ ਨੂੰ ਮਹਾਰਾਜ ਆਪਣਾ ਜਸ ਕਰਨਾ ਦੇ ਦੇਣ, ਕਿਉਂਕਿ ਸਭ ਤੋਂ ਵੱਡੀ ਦਾਤ ਨਾਮ ਹੈ। ਸਭ ਤੋਂ ਵੱਡੀ ਦਾਤ ਸੰਸਾਰ ਵਿੱਚ ਵਾਹਿਗੁਰੂ ਜੀ ਦਾ ਜਸ ਕਰਨਾ ਹੈ। ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਕਿਉਂਕਿ ਸੱਚੇ ਪਾਤਸ਼ਾਹ ਦਾ ਜਸ ਕਰਦਾ ਹੈ। ਸੱਚਾ ਪਾਤਸ਼ਾਹ, ਕਿਉਂਕਿ ਜਸ ਤਾਂ ਮਨੁੱਖ ਨੇ ਕਰਨਾ ਹੀ ਹੈ, ਜਾਂ ਝੂਠੇ ਪਾਤਸ਼ਾਹ ਦਾ ਕਰੇਗਾ ਜਾਂ ਸੱਚੇ ਪਾਤਸ਼ਾਹ ਦਾ ਕਰੇਗਾ। ਝੂਠੇ ਪਾਤਸ਼ਾਹ ਦਾ ਜਸ ਝੂਠੇ ਪਦਾਰਥਾਂ ਵਾਸਤੇ ਕਰਦਾ ਹੈ ਜੀਵ। ਉਹ ਨਾ ਝੂਠੇ ਪਾਤਸ਼ਾਹ ਨੇ ਸਦਾ ਰਹਿਣਾ ਹੈ ਤੇ ਨਾ ਝੂਠੇ ਪਦਾਰਥਾਂ ਨੇ ਸਦਾ ਰਹਿਣਾ ਹੈ ਤੇ ਨਾ ਕਰਨ ਵਾਲੇ ਨੇ ਰਹਿਣਾ ਹੈ। ਪਰ ਸੱਚੇ ਪਾਤਸ਼ਾਹ ਨੇ ਸਦਾ ਰਹਿਣਾ, ਸੱਚੇ ਪਾਤਸ਼ਾਹ ਦਾ ਜਸ ਵੀ ਸਦਾ ਰਹਿਣਾ ਹੈ। ਸੱਚੇ ਪਾਤਸ਼ਾਹ ਦਾ ਜਸ ਕਰਨ ਵਾਲਾ ਵੀ ਫਿਰ ਸੱਚੇ ਪਾਤਸ਼ਾਹ ਨਾਲ ਹੀ ਅਭੇਦ ਹੋ ਜਾਂਦਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਜਦੋਂ ਬੇਨਤੀ ਕੀਤੀ ਨਾ ਬਾਦਸ਼ਾਹ ਜਹਾਂਗੀਰ ਨੇ, ਹੈ ਤਾਂ ਸੀ ਕੁਟਲ ਨੀਤੀ ਚੰਦੂ ਦੀਵਾਨ ਦੀ। ਉਹਨੇ ਜਹਾਂਗੀਰ ਨੂੰ ਪ੍ਰੇਰਿਆ ਸੀ ਵੀ ਤੇਰੇ ਤੇ ਸਾੜ ਸਤੀ ਆਈ ਹੈ, ਨਜੂਮੀ ਦੇ ਰਾਹੀਂ ਅਖਵਾਇਆ ਸੀ। ਉਹ ਨਜੂਮੀ ਨੇ ਆਖਿਆ ਸੀ, ਜੋਤਸ਼ੀ ਨੇ ਜਹਾਂਗੀਰ ਬਾਦਸ਼ਾਹ ਨੂੰ, ਵੀ ਇਹ ਸਾੜ ਸਤੀ ਤਾਂ ਟਲ ਸਕਦੀ ਆ ਜੇ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ 40 ਦਿਨ ਜਾ ਕਰਕੇ ਉੱਥੇ ਜਾਪ ਕਰਨ। ਜਹਾਂਗੀਰ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਭੇਜਿਆ, ਅਹਿਲਕਾਰਾਂ ਨੂੰ ਭੇਜਿਆ, ਸ੍ਰੀ ਅੰਮ੍ਰਿਤਸਰ ਸਾਹਿਬ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਦਿੱਲੀ ਆ ਕੇ ਦਰਸ਼ਨ ਦਿਓ। ਸਤਿਗੁਰੂ ਜੀ ਸਿੱਖਾਂ ਸੇਵਕਾਂ ਦੇ ਸਮੇਤ ਦਿੱਲੀ ਪਹੁੰਚਦੇ ਆ, ਦਰਸ਼ਨ ਦਿੰਦੇ ਆ। ਆਗਰੇ ਵੀ ਉਧਰ ਦੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਉਹ ਵਾਰ-ਵਾਰ ਸਿਪਾਹੀਆਂ ਨੂੰ ਪੁੱਛਦੀਆਂ ਕਿ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ, ਸੱਚੇ ਪਾਤਸ਼ਾਹ। ਤੇ ਸਿਪਾਹੀ ਦੱਸਦੇ ਆ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੀਆਂ। ਵਾਰ-ਵਾਰ ਜਹਾਂਗੀਰ ਬਾਦਸ਼ਾਹ ਦੇ ਕੰਨਾਂ ਵਿੱਚ ਇਹ ਆਵਾਜ਼ ਪਈ, ਸੰਗਤਾਂ ਆ ਕੇ ਪੁੱਛਦੀਆਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ। ਇਹਦੇ ਮਨ ਵਿੱਚ ਖਿਆਲ ਆਇਆ, ਕਹਿੰਦਾ ਵੀ ਮੈਨੂੰ ਨਹੀਂ ਕਦੀ ਕਿਸੇ ਨੇ ਸੱਚੇ ਪਾਤਸ਼ਾਹ ਆਖਿਆ, ਵੀ ਮੈਂ ਸੱਚਾ ਪਾਤਸ਼ਾਹ ਨਹੀਂ ਹਾਂ। ਗੁਰੂ ਹਰਗੋਬਿੰਦ ਸਾਹਿਬ ਵੀ ਸੱਚੇ ਪਾਤਸ਼ਾਹ ਵਾ। ਇੱਕ ਦਿਨ ਸ਼ਿਕਾਰ ਖੇਡਣ ਵਾਸਤੇ 6ਵੇਂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਨਾਲ ਲੱਗਿਆ। ਦੁਪਹਿਰ ਦਾ ਸਮਾਂ, ਗਰਮੀ ਦੀ ਰੁੱਤ, ਜੀਵਾਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੁੱਖਾਂ ਦੇ ਥੱਲੇ ਸੇਵਕਾਂ ਦੇ ਸਮੇਤ ਬੈਠੇ ਆ। ਕੁਝ ਦੂਰੀ ਤੇ ਜਹਾਂਗੀਰ ਬਾਦਸ਼ਾਹ ਬੈਠਾ ਤੇ ਉੱਥੇ ਇੱਕ ਸਿੱਖ ਆਇਆ ਜਿਹਨੂੰ ਇਤਿਹਾਸ ਵਿੱਚ ਘਾਈ ਸਿੱਖ ਲਿਖਿਆ। ਉਹ ਘਾਹ ਵੱਢ ਕੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ, ਧਰਮ ਦੀ ਕਿਰਤ ਕਰਨ ਵਾਲਾ। ਘਾਹ ਵੱਢ ਕੇ ਵੇਚ ਕੇ ਤੇ ਗੁਜ਼ਾਰਾ ਕਰਿਆ ਕਰਦਾ ਆਪਣਾ। ਉਹਨੇ ਘਾਹ ਦੀਆਂ 2 ਪੰਡਾਂ ਵੱਢੀਆਂ ਤੇ ਵੇਚ ਕੇ ਤੇ ਟਕਾ ਪ੍ਰਾਪਤ ਕੀਤਾ ਤੇ ਉਹ ਪੁੱਛ ਕੇ ਤੇ ਇਧਰ ਨੂੰ ਆ ਗਿਆ ਤੇ ਪਤਾ ਲੱਗਾ ਵੀ ਅੱਜ ਮਹਾਰਾਜ ਸਾਹਿਬ ਜੀ ਇਧਰ ਸ਼ਿਕਾਰ ਖੇਡਣ ਵਾਸਤੇ ਗਏ ਜੰਗਲ ਦੇ ਵਿੱਚ, ਜੀਵਾਂ ਦੀ ਕਲਿਆਣ ਕਰਨ ਵਾਸਤੇ। ਉਹਦੇ ਮਨ ਵਿੱਚ ਖਿਆਲ ਵੀ ਅੱਜ ਮਹਾਰਾਜ ਦੇ ਦਰਸ਼ਨ ਮੈਨੂੰ ਪ੍ਰਾਪਤ ਹੋਣਗੇ, ਮੈਂ ਤਾਂ ਗਰੀਬ ਹਾਂ। ਉਂਝ ਬਾਦਸ਼ਾਹ ਦੇ ਦਰਬਾਰ ਵਿੱਚ, ਬਾਦਸ਼ਾਹ ਦੇ ਮਹਿਲਾਂ ਵਿੱਚ ਉੱਥੇ ਮੈਨੂੰ ਕਿੰਨੇ ਜਾਣ ਦੇਣਾ ਸੀ, ਇੱਥੇ ਜੰਗਲ ਦੇ ਵਿੱਚ ਅੱਜ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂਗਾ। ਪੁੱਛਦਾ ਪਛਾਉਂਦਾ ਜਦੋਂ ਜੰਗਲ ਵਿੱਚ ਆਇਆ ਤੇ ਸਿਪਾਹੀਆਂ ਨੂੰ ਪੁੱਛਿਆ। ਉਦਣ ਜਹਾਂਗੀਰ ਬਾਦਸ਼ਾਹ ਨੇ ਆਖਿਆ ਹੋਇਆ ਸੀ ਵੀ ਜੇ ਕੋਈ ਸਿੱਖ ਮਿਲਣ ਵਾਸਤੇ ਆਵੇ ਤੇ ਆਖੇ ਨਾ ਸੱਚੇ ਪਾਤਸ਼ਾਹ ਨੂੰ ਮਿਲਣਾ, ਤੁਸੀਂ ਮੇਰੇ ਕੋਲੇ ਲੈ ਕੇ ਆ ਜਿਓ।
ਜਦੋਂ ਸਿੱਖ ਨੇ ਆ ਕੇ ਪੁੱਛਿਆ ਸਿਪਾਹੀਆਂ ਨੂੰ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਉਹਨੇ ਪਹਿਲੀ ਵਾਰੀ ਦਰਸ਼ਨ ਕਰਨੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਤਾਂ ਉਹ ਸਿਪਾਹੀ ਜਹਾਂਗੀਰ ਬਾਦਸ਼ਾਹ ਕੋਲੇ ਲੈ ਆਏ। ਜਹਾਂਗੀਰ ਬਾਦਸ਼ਾਹ ਰੁੱਖ ਦੇ ਥੱਲੇ ਜਿੱਥੇ ਬੈਠਾ ਹੈ ਦੁਪਹਿਰ ਵੇਲੇ, ਸਿੱਖ ਨੇ ਆ ਕੇ ਅੱਗੇ ਟਕਾ ਰੱਖਿਆ ਤੇ ਮੱਥਾ ਟੇਕਿਆ। ਉਹਨੇ ਸਮਝਿਆ ਵੀ ਇਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿਉਂਕਿ ਦਰਸ਼ਨ ਨਹੀਂ ਸੀ ਅੱਗੇ ਕਦੀ ਕੀਤੇ, ਪਹਿਲੀ ਵਾਰੀ ਦਰਸ਼ਨ ਕਰਨੇ ਸੀ। ਨਮਸਕਾਰ ਕਰਕੇ ਤੇ ਬੇਨਤੀ ਕਰਨ ਲੱਗ ਪਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਨਾਮ ਦੀ ਦਾਤ ਦਿਓ ਤੇ ਪ੍ਰਲੋਕ ਵਿੱਚ ਜਮਦੂਤਾਂ ਤੋਂ ਰੱਖਿਆ ਕਰਿਓ, ਨਰਕਾਂ ਤੋਂ ਬਚਾਇਓ, ਕਲਿਆਣ ਕਰਿਓ। ਜਹਾਂਗੀਰ ਬਾਦਸ਼ਾਹ ਨੇ ਸਾਰਾ ਕੁਝ ਸੁਣਿਆ ਤੇ ਕਹਿਣ ਲੱਗਾ ਵੀ ਸਿੱਖਾ ਮੈਂ ਆ ਜਹਾਂਗੀਰ ਬਾਦਸ਼ਾਹ, ਮੈਂ ਤੈਨੂੰ ਇੱਥੋਂ ਦੇ ਪਦਾਰਥ ਦੇ ਸਕਦਾ, ਜੇ ਤੂੰ ਆਖੇ ਤੈਨੂੰ ਜਗੀਰ ਦੇ ਸਕਦਾ, ਕੁਝ ਰੁਪਈਏ ਦੇ ਸਕਦਾ, ਦੌਲਤ ਦੇ ਸਕਦਾ, ਪਰ ਪਰਲੋਕ ਵਿੱਚ ਤੇਰੀ ਰੱਖਿਆ ਨਹੀਂ ਮੈਂ ਕਰ ਸਕਦਾ। ਸਿੱਖ ਨੇ ਆਖਿਆ ਵੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਨਹੀਂ? ਉਹਨੇ ਕਿਹਾ ਨਹੀਂ ਮੈਂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਅੱਗੇ। ਸਿੱਖ ਨੇ ਫੇਰ ਆਪਣਾ ਟਕਾ ਚੁੱਕ ਲਿਆ, ਜਹਾਂਗੀਰ ਬਾਦਸ਼ਾਹ ਦੇ ਅੱਗੇ ਰੱਖਿਆ, ਚੁੱਕ ਕੇ ਤੇ ਚੱਲ ਪਿਆ। ਜਹਾਂਗੀਰ ਬਾਦਸ਼ਾਹ ਵੀ ਉੱਠ ਕੇ ਮਗਰ ਮਗਰ ਗਿਆ। ਛੇਵੇਂ ਮਹਾਰਾਜ ਸਾਹਿਬ ਜੀ ਨੂੰ ਟਕਾ ਰੱਖ ਕੇ ਮੱਥਾ ਟੇਕਦਾ ਤੇ ਬੇਨਤੀ ਕਰਦਾ ਕਿ ਮਹਾਰਾਜ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਪਰਲੋਕ ਵਿੱਚ ਮਹਾਰਾਜ ਨਰਕਾਂ ਤੋਂ ਰੱਖਿਆ ਕਰਿਓ, ਜਮਦੂਤਾਂ ਤੋਂ ਰੱਖਿਆ ਕਰਿਓ, ਕਲਿਆਣ ਕਰਿਓ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖੁਸ਼ ਹੁੰਦੇ ਆ, ਕਹਿੰਦੇ ਸਿੱਖਾ ਸਤਨਾਮ ਵਾਹਿਗੁਰੂ ਜਪਿਆ ਕਰ, ਤੇਰੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਰੱਖਿਆ ਕਰਾਂਗੇ। ਜਹਾਂਗੀਰ ਬਾਦਸ਼ਾਹ ਪਿੱਛੇ ਸੁਣ ਰਿਹਾ ਸੀ। ਉਹਨੇ ਕਿਹਾ ਮਹਾਰਾਜ ਇੱਕ ਟਕੇ ਦੇ ਬਦਲੇ ਲੋਕ ਵਿੱਚ ਵੀ ਰੱਖਿਆ ਤੇ ਪਰਲੋਕ ਵਿੱਚ ਵੀ। ਮਹਾਰਾਜ ਕਹਿੰਦੇ ਸਿੱਖ ਦੀ ਭਾਵਨਾ ਹੈ, ਗੱਲ ਇੱਥੇ ਟਕਿਆਂ ਦੀ ਨਹੀਂ ਹੈ, ਇੱਥੇ ਤੇ ਭਾਵਨਾ ਦੀ ਗੱਲ ਹੈ। ਸਿੱਖ ਧਰਮ ਦੀ ਕਿਰਤ ਕਰਦਾ ਹੈ ਤੇ ਧਰਮ ਦੀ ਕਿਰਤ ਦੇ ਵਿੱਚੋਂ ਇੱਕ ਟਕਾ ਲੈ ਕੇ ਆਇਆ ਹੈ। ਸਿੱਖ ਦੀ ਭਾਵਨਾ ਨੂੰ ਫਲ ਲੱਗਾ ਹੈ। ਜਿਹੜਾ ਸਿੱਖ ਗੁਰੂ ਕੀ ਸ਼ਰਨ ਵਿੱਚ ਪੈਂਦਾ ਹੈ ਤੇ ਗੁਰੂ ਉਹਦੀ ਲੋਕ ਤੇ ਪਰਲੋਕ ਵਿੱਚ ਰੱਖਿਆ ਕਰਦੇ। ਜਹਾਂਗੀਰ ਬਾਦਸ਼ਾਹ ਦੇ ਮਨ ਦਾ ਭੁਲੇਖਾ ਦੂਰ ਹੋਇਆ ਵੀ ਮੈਂ ਕਿਸੇ ਦੀ ਪਰਲੋਕ ਵਿੱਚ ਰੱਖਿਆ ਤਾਂ ਕੀ ਕਰਨੀ, ਮੈਂ ਤਾਂ ਆਪਣੀ ਨਹੀਂ ਕਰ ਸਕਦਾ। ਸਤਿਗੁਰੂ ਤਾਂ ਸੱਚੇ ਪਾਤਸ਼ਾਹ ਇਹ ਲੋਕ ਵਿੱਚ ਵੀ ਰੱਖਿਆ ਕਰਦੇ ਆ ਤੇ ਪਰਲੋਕ ਵਿੱਚ ਵੀ ਰੱਖਿਆ ਕਰਦੇ ਆ। ਇਸ ਕਰਕੇ ਮੈਂ ਦੁਨੀਆ ਦਾ ਹੀ ਬਾਦਸ਼ਾਹ ਹਾਂ, ਮੈਂ ਸੱਚਾ ਪਾਤਸ਼ਾਹ ਨਹੀਂ ਹਾਂ। ਸੱਚੇ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਜੀ ਦਾ ਜਸ ਜਿਸ ਨੂੰ ਪ੍ਰਾਪਤ ਹੋ ਜਾਵੇ ਉਹ ਤੇ ਪਾਤਸ਼ਾਹ ਨਾਲੋਂ ਪਾਤਸ਼ਾਹ ਬਣ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਫਿਰ ਉਹ ਸੱਚੇ ਪਾਤਸ਼ਾਹ ਦੀ ਸਿਫਤ ਕਰਦਾ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ। ਤੋ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਹਨ ਜਸ ਜਾਚੋ, ਇਹ ਪ੍ਰਭੂ ਜੀ ਆਪ ਜੀ ਦਾ ਜਸ ਮੰਗਦੇ, ਆਪਣਾ ਜਸ ਦਿਓ ਜੀ। ਦੇਵੈ ਪਤ ਸਾਖ, ਕਿਉਂਕਿ ਆਪ ਜੀ ਦਾ ਜਸ, ਆਪ ਜੀ ਦਾ ਨਾਮ ਐਸ ਲੋਕ ਵਿੱਚ ਵੀ ਪਤ ਦੇਵੇਗਾ। ਵਕਾਰਾਂ ਦੇ ਵਿੱਚ ਪਤ ਖਰਾਬ ਨਹੀਂ ਹੋਣ ਦੇਵੇਗਾ, ਇੱਜ਼ਤ ਖਰਾਬ ਨਹੀਂ ਹੋਣ ਦੇਵੇਗਾ। ਇਸ ਲੋਕ ਵਿੱਚ ਵੀ ਪਤ ਪ੍ਰਤਿਸ਼ਠਾ ਦੇਵੇਗਾ ਆਪ ਜੀ ਦਾ ਜਸ, ਤੇ ਪਰਲੋਕ ਵਿੱਚ ਵੀ ਸਾਖ ਗਵਾਹੀ ਭਰੇਗਾ। ਕਿਉਂਕਿ ਪ੍ਰਭੂ ਦਾ ਗਾਇਆ ਹੋਇਆ ਜਸ, ਜਪਿਆ ਹੋਇਆ ਨਾਮ ਪਰਲੋਕ ਵਿੱਚ ਵੀ ਨਾਲ ਜਾਂਦਾ ਹੈ। ਜਿੱਥੇ ਐਸ ਸਾਡੇ ਸਥੂਲ ਸਰੀਰ ਨੇ ਨਾਲ ਨਹੀਂ ਜਾਣਾ, ਜਿੱਥੇ ਬਸਤਰਾਂ ਨੇ ਨਾਲ ਨਹੀਂ ਜਾਣਾ, ਅਹੁਦਿਆਂ ਮੁਰਾਤਬਿਆਂ ਨੇ ਨਾਲ ਨਹੀਂ ਜਾਣਾ, ਜ਼ਮੀਨ ਜਾਇਦਾਦ ਨੇ ਨਾਲ ਨਹੀਂ ਜਾਣਾ, ਜਿਸ ਥਾਂ ਤੇ ਸੰਬੰਧੀਆਂ ਨੇ, ਮਾਤਾ ਪਿਤਾ ਭੈਣ ਭਰਾਵਾਂ ਨੇ ਨਾਲ ਨਹੀਂ ਜਾਣਾ। ਜਪਿਆ ਹੋਇਆ ਨਾਮ ਤੇ ਕੀਤਾ ਹੋਇਆ ਪਰਮੇਸ਼ਰ ਦਾ ਜਸ ਉੱਥੇ ਵੀ ਨਾਲ ਜਾਂਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਤਾਂ ਇਸ ਕਰਕੇ ਗਰੀਬ ਨਵਾਜ਼ ਸਾਹਿਬ ਕਹਿੰਦੇ ਉੱਥੇ ਸਾਖ ਗਵਾਹੀ ਭਰਦਾ ਪ੍ਰਭੂ ਦਾ ਨਾਮ, ਜੋ ਲੋਕ ਪਰਲੋਕ ਵਿੱਚ ਪਤ ਦੇਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ। ਐਸਾ ਜਸ ਅਸੀਂ ਮੰਗਦੇ, ਆਪਣਾ ਜਸ ਦੇਣਾ ਕਰੋ ਜੀ। ਜਾਗਤ ਜਾਗ ਰਹਾ ਤੁਧ ਭਾਵਾ, ਜੋ ਜਾਗਤ ਜਾਗੇ ਹੋਏ ਹਨ ਆਪ ਜੀ ਦੇ ਪਿਆਰੇ, ਜਿਨ੍ਹਾਂ ਨੂੰ ਆਪ ਜੀ ਨੇ ਆਪਣਾ ਨਾਮ, ਆਪਣਾ ਗਿਆਨ ਬਖਸ਼ਿਆ, ਐਸੇ ਮਹਾਤਮਾ ਗੁਰਮੁਖ, ਉਹਨਾਂ ਜਾਗਿਆ ਹੋਇਆ ਗੁਰਮੁਖਾਂ ਦੇ ਨਾਲ ਮਿਲ ਕਰਕੇ ਮੈਂ ਵੀ ਜਾਗ ਪਵਾਂ। ਮੇਰੇ ਵੀ
ਇਹ ਵਿਕਾਰਾਂ ਦੀ, ਅਵਿਦਿਆ ਦੀ, ਅਗਿਆਨਤਾ ਦੀ ਨੀਂਦ ਦੂਰ ਹੋ ਜਾਵੇ। ਜਾਗਤ ਜਾਗ ਰਹਾ, ਮਨ ਕਰਕੇ ਸਰੀਰ ਕਰਕੇ ਮੈਂ ਜਾਗਦਾ ਰਹਾ, ਸੋਵਾਂ ਨਾ ਮੋਹ ਮਮਤਾ ਦੀ ਨੀਂਦ ਵਿੱਚ, ਤੁਧ ਭਾਵਾ ਤੇ ਆਪ ਜੀ ਨੂੰ ਭਾ ਜਾਵਾਂ, ਆਪ ਜੀ ਨੂੰ ਚੰਗਾ ਲੱਗਾ। ਜਦੋਂ ਹੈ ਪ੍ਰਭੂ ਜੀ ਤੁਸੀਂ ਆਪ ਕਿਰਪਾ ਕਰਕੇ ਆਪਣੇ ਸ਼ਬਦ ਨਾਲ ਮੈਨੂੰ ਮਿਲੋ, ਆਪਣੀ ਸਤ ਸੰਗਤ ਨਾਲ ਮਿਲੋ, ਸਤਿਗੁਰੂ ਜੀ ਦੇ ਨਾਲ ਮੇਲ ਦਿਓ, ਤਾਂ ਮੈਂ ਤੁਝੈ ਸਮਾਵਾਂ, ਤਾਂ ਫਿਰ ਮੈਂ ਆਪ ਜੀ ਦੇ ਨਾਲ ਸਮਾ ਸਕਦਾ। ਜਾਂ ਤੂੰ ਮਿਲ ਹੈ, ਜਦੋਂ ਤੁਸੀਂ ਆਪਣੇ ਨਾਲ ਮੈਨੂੰ ਮਿਲੋਗੇ ਆਪਣੇ ਸ਼ਬਦ ਦੇ ਨਾਲ, ਤਾਂ ਤੁਝੈ ਸਮਾਵਾਂ, ਤਾਂ ਫਿਰ ਆਪ ਜੀ ਦੇ ਨਾਲ ਮੈਂ ਸਮਾ ਜਾਵਾਂਗਾ, ਅਭੇਦ ਹੋ ਜਾਵਾਂਗਾ। ਜੈ ਜੈਕਾਰ ਜਪੋ ਜਗਦੀਸ਼। हे ਜਗਤ ਦੇ ਈਸ਼ਵਰ ਮੇਰੇ ਤੇ ਕਿਰਪਾ ਕਰੋ, ਤਰਸ ਕਰੋ, ਮੈਂ ਆਪ ਜੀ ਦਾ ਨਾਮ ਜਪਦਾ ਰਹਾ ਤੇ ਆਪ ਜੀ ਦੀ ਜੈ ਜੈਕਾਰ ਕਰਦਾ ਰਹਾ। ਜੈ ਜੈਕਾਰ ਸਦਾ ਵਾਸਤੇ ਆਪ ਜੀ ਦੀ ਜੈ ਜੈਕਾਰ ਕਰਾਂ। ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ, ਕਿਤੇ ਮੈਂ ਦੁਨੀਆ ਨੂੰ ਹੀ ਨਾ ਸਲਾਉਂਦਾ ਚਲੇ ਜਾਵਾਂ, ਕਿਉਂਕਿ ਦੁਨੀਆ ਤੇ ਮਰ ਖਪ ਜਾਣ ਵਾਲੀ ਹੈ। ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ, ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਾਲਾਹੀ ਹੈ ਸੱਚਾ ਵੇ ਪਰਵਾਹ। ਮਾਰੇ ਕਹਿੰਦੇ ਗੁਰਮੁਖ ਸਦਾ ਸੱਚੇ ਨੂੰ ਤੇ ਵੇ ਪਰਵਾਹ ਪਰਮੇਸ਼ਰ ਨੂੰ ਸਲਾਉਂਦੇ ਆ। ਇਹ ਪ੍ਰਭੂ ਮੈਂ ਆਪ ਜੀ ਦੀ ਜੈ ਜੈਕਾਰ ਕਰਾਂ। ਗੁਰਮਤਿ ਮਿਲਿਐ ਪੀਸ ਪੀਸ। ਇਹ ਜਗਤ ਦੇ ਈਸ਼ਵਰ ਕਿਰਪਾ ਕਰੋ, ਮੈਨੂੰ ਗੁਰੂ ਦੀ ਮੱਤ ਪ੍ਰਾਪਤ ਹੋਵੇ, ਤੇ ਗੁਰੂ ਦੀ ਮੱਤ ਦੁਆਰਾ ਮਹਾਰਾਜ ਕਹਿੰਦੇ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਗਰੀਬ ਨਵਾਜ, ਜਦੋਂ ਗੁਰੂ ਦੀ ਮੱਤ ਮਿਲ ਜਾਵੇ ਤੇ 20 ਪੂਰਾ 20 ਵਿਸਵੇ ਪੂਰਾ ਭਰੋਸਾ ਗੁਰੂ ਸਾਹਿਬ ਦੇ ਉੱਤੇ ਹੋਵੇ, ਤੇ ਫਿਰ ਪੂਰੀ ਗੁਰੂ ਕੀ ਕਿਰਪਾ ਦੇ ਨਾਲ 21 ਇੱਕ ਜੋ ਈਸ਼ਵਰ ਹੈ ਉਹਦਾ ਰੂਪ ਹੀ ਹੋ ਜਾਂਦਾ ਹੈ ਜੀਵ, ਤੇ ਉਹਦੇ ਨਾਲ ਮਿਲ ਜਾਂਦਾ ਹੈ। ਇਸ ਵੇਲੇ ਪੂਰਾ ਇਸ ਦਾ ਮਨ ਮੰਨ ਜਾਵੇ, ਕਹੋ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਫਿਰ ਇੱਕ ਈਸ਼ਵਰ ਦੇ ਨਾਲ ਇਹ ਅਭੇਦ ਹੋ ਜਾਂਦਾ, ਇੱਕ ਨਾਲ ਮਿਲ ਜਾਂਦਾ ਹੈ। ਗੁਰੂ ਦੀ ਮੱਤ ਲੈ ਕਰਕੇ ਮਾਰੇ ਕਹਿੰਦੇ ਜਦੋਂ ਪੂਰਾ ਭਰੋਸਾ ਬਣਦਾ ਹੈ 20 ਵਿਸਵੇ, ਤਾਂ ਫਿਰ ਇੱਕ ਈਸ਼ਵਰ ਦੇ ਨਾਲ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਦਾ ਹੈ। ਤੋ ਸਤਿਗੁਰੂ ਜੀ ਨੇ 25ਵੀਂ ਪੌੜੀ ਦੁਆਰਾ ਪਾਵਨ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਂ ਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਜੈ ਜੈਕਾਰ ਜਪੋ ਜਗਦੀਸ਼। ਗੁਰਮਤਿ ਮਿਲਿਐ 20 21। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।